ਆਪਣੇ ਘਰ 'ਚ ਵੈਸੇ ਵੀ ਕਹਿੰਦੇ ਹੁੰਦੇ ਇਹਨੂੰ ਨਾ ਛੇੜਿਓ, ਇਹ ਤਾਂ ਭੂੰਡਾਂ ਦਾ ਕੱਕਰ ਆ। ਤੁਸੀਂ ਮਾਵਾਂ ਤੋਂ ਤੁਸੀਂ ਸਾਰਾ ਕੁਝ ਹੀ ਝੱਲ ਸਕਦੇ ਹੋ। ਕਈ ਵਾਰੀ ਆਪਾਂ ਨੂੰ ਆਪਣੇ ਨਿਆਣਿਆਂ ਤੇ ਵੀ ਗੁੱਸਾ ਆਉਂਦਾ ਹਨਾ, ਤਾਂ ਉਹਦੇ ਵਿੱਚ ਵੀ ਕਈ ਮਾਵਾਂ ਬਹੁਤ ਗਿਲਟ 'ਚ ਜਿਉਂਦੀਆਂ ਨੇ ਕਿ ਵੀ ਮੈਨੂੰ ਗੁੱਸਾ ਕਿਉਂ ਆ ਗਿਆ ਹਨਾ। ਜਿਹੜੀ ਗੱਲ ਜਾਇਜ਼ ਆ ਉਹ ਠੀਕ ਆ, ਪਰ ਜਿੱਥੇ ਤੁਸੀਂ ਨਜਾਇਜ਼ ਕਰ ਰਹੇ ਹੋ, ਜੇ ਉੱਥੇ ਤੁਹਾਨੂੰ ਗੁੱਸਾ ਨਹੀਂ ਆ ਰਿਹਾ, ਮਤਲਬ ਤਾਂ ਫਿਰ ਤਾਂ ਤੁਹਾਡੀ ਦਿੱਕਤ, ਫਿਰ ਤਾਂ ਪ੍ਰੋਬਲਮ ਆ ਨਾ ਕੋਈ। ਜਨਾਨੀਆਂ ਨੂੰ ਬਹੁਤ ਛੇਤੀ ਫਿਜ਼ੀਕਲ ਪ੍ਰੋਬਲਮਸ ਕਿਉਂ ਹੁੰਦੀਆਂ ਨੇ ਜਾਂ ਮੈਂਟਲ, ਕਿਉਂਕਿ ਉਹ ਗੁੱਸੇ ਨੂੰ ਦੱਬਣਾ ਸਿੱਖ ਜਾਂਦੀਆਂ ਨੇ ਆਪਣੇ ਅੰਦਰ, ਤੇ ਜਿਹੜੀ ਚੀਜ਼ ਨੂੰ ਤੁਸੀਂ ਮੈਂਟਲੀ ਰਿਐਕਟ ਨਹੀਂ ਕਰਦੇ, ਫਿਰ ਉਹ ਤੁਹਾਡੇ ਸਰੀਰ ਨੂੰ ਤਾਂ ਤਕਲੀਫ ਦਿੰਦਾ ਹੀ ਆ ਨਾ ਹੌਲੀ ਹੌਲੀ। ਸੋ ਗੁੱਸਾ ਤੁਹਾਡਾ ਇੱਕ ਇਮੋਸ਼ਨ ਹੀ ਆ, ਹੈ ਨਾ, ਪਰ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਵੀ ਕਦੋਂ, ਕਿਵੇਂ ਤੇ ਕਿੱਥੇ, ਇਹ ਬਹੁਤ ਜ਼ਿਆਦਾ ਜ਼ਰੂਰੀ ਆ, ਹੈ ਨਾ। ਕਿਸੇ ਵੀ ਗੱਲ 'ਤੇ ਤੁਹਾਨੂੰ ਗੁੱਸਾ ਆਇਆ ਤਾਂ ਉਹਨੂੰ ਬਹੁਤ ਜ਼ਿਆਦਾ ਲੰਬਾ ਨਾ ਖਿੱਚੋ। ਇਹ ਨਾ ਹੋਵੇ ਵੀ ਇੱਕ ਗੁੱਸਾ ਤੁਹਾਡਾ 15 ਦਿਨ ਚੱਲ ਰਿਹਾ ਵਾ ਤੇ ਉਹਦੇ ਨਾਲ ਤੁਹਾਡੇ ਘਰ ਦਾ, ਤੁਹਾਡੇ ਕੰਮ ਦਾ, ਤੁਹਾਡੇ ਅੰਦਰ ਦਾ ਸਾਰਾ ਸਿਸਟਮ ਖਰਾਬ ਹੋ ਜਾਵੇ, ਹੈ ਨਾ। ਉਹ ਕਹਿੰਦੇ ਵੀ ਹੁਣ ਖਾਸ ਕਰਕੇ ਕੁੜੀਆਂ ਉਹ ਬਾਹਰ ਕਿਉਂ ਜਾਂਦੀਆਂ ਨੇ, ਉਹਨਾਂ ਨੂੰ ਲੱਗਦਾ ਕਿ ਬਾਹਰ ਜਾ ਕੇ ਸਾਨੂੰ ਮੁੰਡਿਆਂ ਦੇ ਜਿੰਨੀ ਮੁੰਡਿਆਂ ਨੂੰ ਇੱਧਰ ਫਰੀडम ਮਿਲਦੀ ਹੈ ਸਾਨੂੰ ਉਹ ਮਿਲੂਗੀ, ਕਿਉਂਕਿ ਸਾਡੇ ਪੇਰੈਂਟਸ ਸਾਨੂੰ ਸਮਝਦੇ ਨਹੀਂ। ਇੱਕ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਮਾਵਾਂ ਆਪਦੀਆਂ ਕੁੜੀਆਂ ਨੂੰ ਡਰਾਉਂਦੀਆਂ ਰਹਿੰਦੀਆਂ ਨੇਗੀਆਂ, ਹੈ ਨਾ, ਮੈਨੂੰ ਲੱਗਦਾ ਕਿ ਉਹ ਕਮਿਊਨੀਕੇਸ਼ਨ ਗੈਪ ਆ। ਮਤਲਬ ਮੈਂ ਪੂਰੀ ਖਬਰ ਤਾਂ ਨਹੀਂ ਪੜ੍ਹੀ, ਉਹ ਹੈਡਲਾਈਨ ਇਹ ਸੀਗੀ ਕਿ ਆਪਦੇ ਪਿਓ ਦੇ ਗੁੱਸੇ ਤੋਂ ਡਰਦਾ ਮਾਰਾ ਬੱਚਾ ਘਰੋਂ ਨਿਕਲ ਗਿਆ ਤੇ ਉਹਨੂੰ ਹਫਤਾ ਹੋ ਗਿਆ ਸੀ ਤਾਂ ਉਹ ਨਾ ਲੱਭਿਆ ਤੇ ਨਾ ਹੀ ਘਰੇ ਵਾਪਸ ਆਇਆ, ਹੈ ਨਾ। ਤੁਸੀਂ ਦੇਖਿਓ ਕਿ ਚੰਗੀਆਂ ਭਲੀਆਂ ਹੱਸਦੇ ਸੁਭਾਅ ਵਾਲੀਆਂ ਕੁੜੀਆਂ ਕਈ ਵਾਰੀ ਆਪਦੇ ਨਿਆਣਿਆਂ ਨੂੰ ਬਹੁਤ ਜ਼ਿਆਦਾ ਕੁੱਟਦੀਆਂ। ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ। ਅੱਜ ਦਾ ਜਿਹੜਾ ਵਿਸ਼ਾ ਉਹ ਰੁਪਿੰਦਰ ਭੈਣ ਹੋਰਾਂ ਨੇ ਤੈਅ ਕੀਤਾ ਸੀ ਕਿ ਆਪਾਂ ਗੱਲ ਕਰਾਂਗੇ ਕਿ ਗੁੱਸਾ ਕਿਉਂ ਨਹੀਂ ਕਰਨਾ ਚਾਹੀਦਾ ਜਾਂ ਕਿਹੜੀਆਂ-ਕਿਹੜੀਆਂ ਗੱਲਾਂ ਤੇ ਇਨਸਾਨ ਨੂੰ ਗੁੱਸਾ ਆਉਂਦਾ ਅਤੇ ਅਸੀਂ ਗੁੱਸੇ ਤੇ ਕਾਬੂ ਕਿਵੇਂ ਪਾ ਸਕਦੇ ਹਾਂ। ਤੇ ਮੈਨੂੰ ਹੈਗਾ ਕਿ ਇਹਦੇ ਤੇ ਕਿਵੇਂ ਗੱਲ ਕੀਤੀ ਜਾਊਗੀ, ਕਿਉਂਕਿ ਮੈਨੂੰ ਤਾਂ ਗੁੱਸਾ ਆਉਂਦਾ ਵੀ ਬਹੁਤ ਆ ਤੇ ਇੱਕਦਮ ਹੀ ਆਉਂਦਾ, ਤੇ ਮੈਨੂੰ ਲੱਗਦਾ ਕਿ ਅੱਜ ਦੇ ਐਪੀਸੋਡ 'ਚ ਮੈਂ ਵੀ ਸਿੱਖੂੰਗੀ ਕਿ ਗੁੱਸੇ ਤੇ ਕਾਬੂ ਕਿਵੇਂ ਪਾਉਣਾ ਆ। ਸੋ ਰੁਪਿੰਦਰ ਭੈਣ ਹੋਰਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਆ? ਵਧੀਆ, ਤੁਸੀਂ ਦੱਸੋ? ਵਧੀਆ। ਮੇਰਾ ਨਾ ਹਾਸਾ ਨਿਕਲੀ ਜਾਂਦਾ ਸੀ ਸ਼ੁਰੂ 'ਚ ਹੀ। ਮੈਂ ਪਰਸੋਂ ਆਪਦੇ ਨਿਆਣਿਆਂ ਨੂੰ ਦੱਸਦੀ ਸੀ ਕਿ ਜਿਵੇਂ ਅੱਜ ਕੱਲ੍ਹ ਨਾ ਸ਼ਬਦ ਜਿਹੇ ਬੜੇ ਯਾਦ ਆਉਂਦੇ ਆ ਜਿਹੜੇ ਆਪਾਂ ਬਹੁਤ ਸਾਲਾਂ ਤੋਂ ਬੋਲੇ ਨਹੀਂ, ਅਤੇ ਮੈਂ ਉਹਨਾਂ ਨੂੰ ਦੱਸਿਆ ਕਿ ਸਾਡੇ ਨਾ ਮਾਲਵੇ 'ਚ ਜਦੋਂ ਕੋਈ ਬਹੁਤ ਜ਼ਿਆਦਾ ਲੜਾਕਾ ਹੁੰਦਾ ਤਾਂ ਸਾਡੇ ਕਹਿੰਦੇ ਉਹਨਾਂ ਦੀ ਕੁੜੀ ਪ੍ਰਚਿੰਡੀ ਬਹੁਤ ਆ। ਸਾਡੇ ਝਿੰਗ ਕਹਿੰਦੇ ਹੁੰਦੇ ਆ। ਝਿੰਗਾ। ਤੇ ਮੈਨੂੰ ਪੁੱਛਣ ਲੱਗ ਗਏ ਕਿ ਮਤਲਬ ਉਹ ਐਵੇਂ ਕਿਉਂ ਕਹਿੰਦੇ। ਮੈਂ ਕਿਹਾ ਵੀ ਜਿਹਨੂੰ ਛੋਟੀ ਛੋਟੀ ਗੱਲ 'ਤੇ ਗੁੱਸਾ ਆ ਜਾਵੇ ਉਹਨੂੰ ਲੋਕ ਇੱਦਾਂ ਕਹਿਣ ਲੱਗ ਜਾਂਦੇ ਹਨ, ਜਾਂ ਲੋਕ ਆਪਣੇ ਘਰ 'ਚ ਵੈਸੇ ਵੀ ਕਹਿੰਦੇ ਹੁੰਦੇ ਇਹਨੂੰ ਨਾ ਛੇੜਿਓ, ਇਹ ਤਾਂ ਭੂੰਡਾਂ ਦਾ ਕੱਕਰ ਆ। ਤੇ ਪਰ ਤੁਹਾਨੂੰ ਐਂ ਕਿਉਂ ਲੱਗਿਆ ਵੀ ਅੱਜ ਆਪਾਂ ਨੂੰ ਗੱਲ ਤੇ ਗੱਲ 'ਚ ਇਹ ਵਿਸ਼ਾ ਰੱਖਣਾ ਚਾਹੀਦਾ? ਜਿਵੇਂ ਅਸੀਂ ਆਪਾਂ ਅੱਜ ਕੱਲ੍ਹ ਡਾਕਟਰ ਕਪੂਰ ਨਾਲ ਸੀਰੀਜ਼ ਕਰ ਰਹੇ ਹਾਂ, ਹੈ ਨਾ, ਉਹਨਾਂ ਨੇ ਕਾਫੀ ਸਾਰੇ ਵਿਸ਼ਿਆਂ 'ਤੇ ਗੱਲਾਂ ਕੀਤੀਆਂ ਆਪਣੇ ਨਾਲ, ਅਤੇ ਉਹਦੇ 'ਚੋਂ ਇਹ ਵੀ ਸੀਗਾ ਕਿ ਤਰੱਕੀ ਕਿਹੜੇ ਬੰਦਿਆਂ ਦੀ ਨਹੀਂ ਹੁੰਦੀ ਜ਼ਿੰਦਗੀ 'ਚ, ਹੈ ਨਾ, ਵੀ ਜਿਹੜੇ ਬੰਦੇ ਕਾਬਿਲ ਹੁੰਦੇ ਆ ਪਰ ਉਹਨਾਂ ਦੀ ਤਰੱਕੀ ਨਹੀਂ ਹੁੰਦੀ। ਅਤੇ ਉਹਦਾ ਕਾਰਨ ਉਹਨਾਂ ਨੇ ਇਹੀ ਦੱਸਿਆ ਸੀਗਾ ਕਿ ਬਹੁਤ ਵਾਰੀ ਤੁਹਾਡਾ ਵਰਤਾਅ ਵੀ ਉਸ ਚੀਜ਼ ਲਈ ਜ਼ਿੰਮੇਵਾਰ ਹੁੰਦਾ, ਹੈ ਨਾ। ਅਤੇ ਉਹ ਕਹਿੰਦੇ ਵੀ ਛੋਟੀ ਛੋਟੀ ਗੱਲ 'ਤੇ ਜਿਹੜੇ ਲੋਕ ਗੁੱਸਾ ਕਰਦੇ ਆ ਉਹ ਮਤਲਬ ਕਿਸੇ ਨਾਲ ਵੀ ਬਣਾ ਕੇ ਨਹੀਂ ਰੱਖ ਸਕਦੇ। ਉਹ ਆਪਣੇ ਬੌਸ ਨਾਲ ਵੀ ਲੜ ਪੈਣਗੇ, ਉਹ ਆਪਣੇ ਘਰ 'ਚ ਵੀ ਲੜ ਪੈਣਗੇ, ਉਹ ਜੇ ਕੋਈ ਵਪਾਰ ਕਰਦੇ ਆ ਤਾਂ ਉਹਨਾਂ ਨੂੰ ਉਹ ਵੀ ਨਹੀਂ ਕਰਨਾ ਆਉਂਦਾ। ਅਤੇ ਉਹਨਾਂ ਦਾ ਕਹਿਣਾ ਸੀਗਾ ਕਿ ਹਮੇਸ਼ਾ ਮਤਲਬ ਹਰੇਕ ਕਾਰੋਬਾਰ ਜਾਂ ਜਿਹੜਾ ਕੰਮਕਾਰ ਆ ਜਾਂ ਨੌਕਰੀ ਆ ਉਹ ਥੋੜ੍ਹੇ ਜਿਹੇ ਮਿਠਾਸ ਵਾਲੇ ਵਰਤਾਅ ਨਾਲ ਨਿਭਦੀ ਆ, ਤੇ ਇਸ ਲਈ ਤੁਹਾਡੇ ਮਤਲਬ ਸੁਭਾਅ 'ਚ ਗੁੱਸਾ ਨਹੀਂ ਹੋਣਾ ਚਾਹੀਦਾ। ਨਹੀਂ, ਪਰ ਮੈਨੂੰ ਉਹਨਾਂ ਦੀ ਵੀ ਗੱਲ ਬਿਲਕੁਲ ਜਾਇਜ਼ ਆ ਕਿ ਕਈ ਵਾਰੀ ਆਪਾਂ ਨਾ ਸਿਚੁਏਸ਼ਨ ਨੂੰ ਹੈਂਡਲ ਨਹੀਂ ਕਰ ਪਾਉਂਦੇ ਹੈਗੇ। ਪਰ ਮੈਨੂੰ ਕਦੇ ਕਦੇ ਇਹ ਵੀ ਲੱਗਦਾ ਹੁੰਦਾ ਹੈ ਕਿ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਵੀ ਦੁਨੀਆ ਕਿੰਨੇ ਰੰਗਾਂ ਦੀ ਆ, ਹੈ ਨਾ, ਜਾਂ ਜੇ ਇੱਕੋ ਹੀ ਰੁੱਤ ਰਵੇ ਤਾਂ ਆਪਾਂ ਕਿੰਨੇ ਜ਼ਿਆਦਾ ਅੱਕ ਜਾਵਾਂਗੇ, ਹੈ ਨਾ, ਜਾਂ ਜੇ ਤੁਸੀਂ ਹਮੇਸ਼ਾ ਮਿੱਠਾ ਹੀ ਖਾਂਦੇ ਰਹੋ ਤੁਸੀਂ ਤਾਂ ਵੀ ਅੱਕ ਜਾਂਦੇ ਹੋ। ਮੈਨੂੰ ਲੱਗਦਾ ਹੁੰਦਾ ਕਿ ਸੁਭਾਅ 'ਚ ਗੁੱਸਾ ਵੀ ਹੋਣਾ ਚਾਹੀਦਾ, ਹੈ ਨਾ। ਗੁੱਸਾ ਸਹੀ, ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਵੀ ਸਹੀ ਸਮੇਂ 'ਤੇ ਕੀਤਾ ਹੋਇਆ ਕੰਮ ਜ਼ਿਆਦਾ ਤੁਹਾਨੂੰ ਫਲ ਦਿੰਦਾ ਹੈ ਨਾ, ਪਰ ਮੈਨੂੰ ਲੱਗਦਾ ਕਿ ਉਹ ਪਰ ਆਉਣਾ ਸਹੀ ਸਮੇਂ 'ਤੇ ਚਾਹੀਦਾ। ਹਾਂ, ਇਹ ਵੀ ਨਹੀਂ ਕਿ ਤੁਸੀਂ 24 ਘੰਟੇ ਉਸੇ ਮੂਡ 'ਚ ਰਹੋ। ਕਿਉਂਕਿ 24 ਘੰਟੇ ਵੀ ਹੁਣ ਜਿਵੇਂ ਆਪਾਂ ਇਕੱਠੇ ਕੰਮ ਕਰਦੇ ਹਾਂ, ਹੈ ਨਾ, ਆਪਾਂ 9-10 ਜਾਣਿਆਂ ਦੀ ਟੀਮ ਆ, ਕਈ ਵਾਰੀ ਆਪਣੀ ਕਿੰਨੀ ਜ਼ਿਆਦਾ ਆਪਾਂ ਕਈ ਵਾਰੀ ਆਰਗੂਮੈਂਟ ਕਰ ਲੈਂਦੇ ਹਾਂ, ਜਾਂ ਹੁਣੇ ਵੀ ਆਪਾਂ ਐਡੀਟਰਸ ਦੇ ਨਾਲ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇਕੱਠੇ ਕੰਮ ਕਰਦੇ ਹੋ, ਜਦੋਂ ਤੁਹਾਡੇ ਸਾਰਿਆਂ 'ਤੇ ਤੁਹਾਡੀ ਪਰਫੋਰਮੈਂਸ ਦਾ ਪ੍ਰੈਸ਼ਰ ਵੀ ਹੁੰਦਾ ਆ, ਹੈ ਨਾ,
ਤਾਂ ਤੁਹਾਨੂੰ ਗੁੱਸਾ ਆ ਜਾਂਦਾ। ਤਾਂ ਘਰੇ ਵੀ ਮੈਨੂੰ ਲੱਗਦਾ ਕਿ ਕਈ ਵਾਰੀ ਤੁਸੀਂ ਇਹ ਨਹੀਂ ਕਹਿ ਸਕਦੇ, ਜਿਵੇਂ ਹੁਣ ਆਪਾਂ ਮਦਰਸ ਹਾਂ, ਹੈ ਨਾ, ਤਾਂ ਕਈ ਵਾਰੀ ਇਹ ਵੀ ਨਹੀਂ ਤੁਸੀਂ ਕਹਿ ਸਕਦੇ ਵੀ ਤੁਸੀਂ ਮਾਵਾਂ ਤੋਂ ਤੁਸੀਂ ਸਾਰਾ ਕੁਝ ਹੀ ਝੱਲ ਸਕਦੇ ਹੋ। ਕਈ ਵਾਰੀ ਆਪਾਂ ਨੂੰ ਆਪਣੇ ਨਿਆਣਿਆਂ ਤੇ ਵੀ ਗੁੱਸਾ ਆਉਂਦਾ, ਹੈ ਨਾ, ਤਾਂ ਉਹਦੇ ਵਿੱਚ ਵੀ ਕਈ ਮਾਵਾਂ ਬਹੁਤ ਗਿਲਟ 'ਚ ਜਿਉਂਦੀਆਂ ਨੇ ਕਿ ਵੀ ਮੈਨੂੰ ਗੁੱਸਾ ਕਿਉਂ ਆ ਗਿਆ, ਹੈ ਨਾ। ਤੇ ਮੈਨੂੰ ਇੱਕ ਵਾਰੀ ਕਿਸੇ ਨੇ ਕਿਹਾ ਸੀਗਾ ਕਿ ਜਦੋਂ ਅਨੰਤ ਹੋਈ ਨੂੰ ਮੈਨੂੰ ਲੱਗਦਾ 2.5-3 ਕੁ ਮਹੀਨੇ ਹੋਏ ਸੀਗੇ, ਤਾਂ ਮੈਂ ਕਿਸੇ ਗੱਲ ਨੂੰ ਲੈ ਕੇ ਰਿਐਕਟ ਕੀਤਾ, ਤਾਂ ਮੈਨੂੰ ਅੱਗੇ ਵਾਲੇ ਨੇ ਕਿਹਾ, ਮੈਨੂੰ ਲੱਗਿਆ ਸੀ ਤੇਰੀ ਪੇਸ਼ੈਂਸ ਵੱਧ ਗਈ ਹੋਗੀ ਕਿਉਂਕਿ ਹੁਣ ਤਾਂ ਤੂੰ ਮਦਰ ਆ, ਹੈ ਨਾ। ਮੈਨੂੰ ਲੱਗਿਆ ਕਿ ਜਿਹੜੀ ਗੱਲ ਜਾਇਜ਼ ਆ ਉਹ ਠੀਕ ਆ, ਪਰ ਜਿੱਥੇ ਤੁਸੀਂ ਨਜਾਇਜ਼ ਕਰ ਰਹੇ ਹੋ, ਜੇ ਉੱਥੇ ਤੁਹਾਨੂੰ ਗੁੱਸਾ ਨਹੀਂ ਆ ਰਿਹਾ, ਮੈਨੂੰ ਲੱਗਦਾ ਫਿਰ ਤਾਂ ਤੁਹਾਡੀ ਦਿੱਕਤ, ਫਿਰ ਤਾਂ ਪ੍ਰੋਬਲਮ ਆ ਨਾ ਕੋਈ, ਵੀ ਤੁਸੀਂ ਹਰ ਗੱਲ ਨੂੰ ਹੀ ਹੱਸ ਕੇ ਜਾਂ ਹਰ ਗੱਲ ਨੂੰ ਹੀ ਚੁੱਪ ਕਰਕੇ ਥੋੜੀ ਨਾ ਸਹਿ ਸਕਦੇ ਹੋ। ਸੋ ਮੈਨੂੰ ਇਹ ਵੀ ਲੱਗਦਾ ਹੁੰਦਾ, ਕਈ ਲੋਕਾਂ ਨੂੰ ਇਹ ਲੱਗਦਾ ਵੀ ਜਿਹੜੀਆਂ ਮਾਵਾਂ ਨੇ ਉਹਨਾਂ ਨੂੰ ਗੁੱਸਾ ਨਹੀਂ ਆਉਂਦਾ ਹੈਗਾ। ਮੈਨੂੰ ਲੱਗਦਾ ਕਿ ਆਉਂਦਾ ਤੇ ਆਉਣਾ ਵੀ ਚਾਹੀਦਾ, ਹੈ ਨਾ। ਗੁਰਦੀਪ, 2-3 ਚੀਜ਼ਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਹੁਣ ਨਾ ਆਪਣੇ 'ਚ ਆਪਾਂ ਕਹਿੰਦੇ ਹੁੰਦੇ ਨਾ ਕਿ ਅਸੀਂ ਹਰ ਚੀਜ਼ ਨੂੰ ਆਪਣੀ ਸਹੂਲਤ ਦੇ ਹਿਸਾਬ ਨਾਲ ਮੋਡੀਫਾਈ ਕਰ ਲੈਂਦੇ ਹਾਂ ਨਾ। ਮੈਨੂੰ ਲੱਗਦਾ ਇਹ ਵੀ ਚੀਜ਼ ਇੱਕ ਗੁੱਸੇ ਵਾਲੀ ਚੀਜ਼ ਵੀ ਹੈਗੀ ਆ। ਅਸੀਂ ਬਹੁਤ ਸਾਰੇ ਆਪਣੇ ਵਰਤਾਅ ਨਾ ਸਿਰਫ ਇੱਕ ਸੈਲਫ ਰਿਸਪੈਕਟ ਵਾਲਾ ਕਨਸੈਪਟ ਲਿਆ ਕੇ ਉਹਦੇ ਕਰਕੇ ਬਦਲ ਲਏ, ਹੈ ਨਾ। ਜਿਵੇਂ ਹੁਣ ਆਪਾਂ ਪਰਿਵਾਰਾਂ 'ਚ ਰਹਿੰਦੇ ਹਾਂ, ਆਪਾਂ ਨੂੰ ਪਤਾ ਹੁੰਦਾ ਕਿ ਪਰਿਵਾਰ 'ਚ ਕਹਿੰਦੇ ਹੁੰਦੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਨੋਟਿਸ ਕਰਨਾ ਹੁੰਦਾ, ਪਰ ਉਸ ਤੋਂ ਜ਼ਿਆਦਾ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਇਗਨੋਰ ਕਰਨਾ ਹੁੰਦਾ, ਹੈ ਨਾ। ਅੱਜ ਕੱਲ੍ਹ ਨਾ ਹਰ ਕੋਈ ਬੰਦਾ ਆਪਣੇ ਵਿਚਾਰ ਦੇ ਰਿਹਾ, ਤੇ ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ, ਇਹਦੇ ਤੇ ਤਾਂ ਬਹੁਤ ਹੀ ਜ਼ਿਆਦਾ ਲੋਕ ਆਪਣੇ ਵਿਚਾਰ ਦਿੰਦੇ ਨੇ, ਹਨਾ। ਤੁਸੀਂ ਯਕੀਨ ਕਰਦੇ ਹੋ ਵੈਸੇ ਸੋਸ਼ਲ ਮੀਡੀਆ ਤੇ? ਮਤਲਬ ਆਪਾਂ ਇੱਕ ਤਰ੍ਹਾਂ ਨਾਲ ਪ੍ਰਭਾਵਿਤ ਤਾਂ ਹੁੰਨੇ ਆ ਨਾ, ਚਾਹੇ ਥੋੜੇ ਵਕਤ ਲਈ ਹੁੰਨੇ ਆ। ਉਹ ਫਿਰ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਉਹ ਤੁਹਾਡੇ ਦਿਮਾਗ 'ਚ ਆ ਜਾਂਦੀਆਂ ਨੇ। ਜਿਵੇਂ ਉਹਦੇ 'ਚ ਅੱਜ ਕੱਲ੍ਹ ਸੈਲਫ ਰਿਸਪੈਕਟ ਤੇ ਬਹੁਤ ਜ਼ਿਆਦਾ ਗੱਲ ਹੁੰਦੀ ਆ, ਹਨਾ, ਵੀ ਤੁਸੀਂ ਇਸ ਚੀਜ਼ ਨੂੰ ਵੀ ਨਹੀਂ ਇਗਨੋਰ ਕਰ ਸਕਦੇ, ਇਸ ਚੀਜ਼ ਨੂੰ ਵੀ ਨਹੀਂ ਇਗਨੋਰ ਕਰ ਸਕਦੇ। ਮੈਨੂੰ ਲੱਗਦਾ ਕਿ ਜਿਸ ਸਮਾਜ 'ਚ ਜਾਂ ਜਿੱਥੇ ਤੁਸੀਂ ਰਹਿੰਦੇ ਹੋ, ਹਨਾ, ਉੱਥੇ ਹਰ ਚੀਜ਼ਾਂ ਤੁਹਾਡੇ ਤਾਲਮੇਲ ਨਾਲ ਚੱਲਦੀਆਂ ਨੇ ਬਹੁਤ ਜ਼ਿਆਦਾ, ਹਨਾ। ਤੁਹਾਨੂੰ ਤਾਲਮੇਲ ਦੀ ਜ਼ਰੂਰਤ ਹੁੰਦੀ ਆ। ਜੇ ਉੱਥੇ ਤੁਸੀਂ ਛੋਟੀ ਛੋਟੀ ਚੀਜ਼ ਤੇ ਰਿਐਕਟ ਕਰਦੇ ਹੋ ਤਾਂ ਫਿਰ ਤੁਸੀਂ ਉਹਨੂੰ ਇੱਕ ਮਤਲਬ ਨੈਚੁਰਲ ਬਿਹੇਵੀਅਰ ਦਾ ਨਾਂ ਦਿੰਦੇ ਹੋ, ਤਾਂ ਮੈਨੂੰ ਲੱਗਦਾ ਉਹ ਫਿਰ ਦਿੱਕਤ ਆ, ਤੁਹਾਡੇ ਸੁਭਾਅ ਦੀ ਦਿੱਕਤ ਆ। ਵੈਸੇ ਮਤਲਬ ਗੁੱਸਾ, ਹਾਂ, ਤੁਹਾਨੂੰ ਇੱਕ ਬਹੁਤ ਜੈਨੂਇਨ ਚੀਜ਼ ਤੇ ਗੁੱਸਾ ਆਉਣਾ ਵੀ ਚਾਹੀਦਾ ਜਿਹੜੀ ਤੁਹਾਨੂੰ ਲੱਗਦਾ ਕਿ ਨਹੀਂ, ਇਹ ਗਲਤੀ ਨੂੰ ਮਾਫ ਨਹੀਂ ਕੀਤਾ ਜਾ ਸਕਦਾ, ਨਾ, ਜਾਂ ਇੱਥੇ ਮੇਰਾ ਰਿਐਕਟ ਕਰਨਾ ਲਾਜ਼ਮੀ ਆ। ਜੇ ਤੁਸੀਂ ਉਹ ਵੀ ਨਹੀਂ ਕਰਦੇ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਜਨਾਨੀਆਂ ਨੂੰ ਬਹੁਤ ਛੇਤੀ ਫਿਜ਼ੀਕਲ ਪ੍ਰੋਬਲਮਸ ਕਿਉਂ ਹੁੰਦੀਆਂ ਨੇ ਜਾਂ ਮੈਂਟਲ, ਕਿਉਂਕਿ ਉਹ ਗੁੱਸੇ ਨੂੰ ਦੱਬਣਾ ਸਿੱਖ ਜਾਂਦੀਆਂ ਨੇ ਆਪਣੇ ਅੰਦਰ। ਤੇ ਜਿਹੜੀ ਚੀਜ਼ ਨੂੰ ਤੁਸੀਂ ਮੈਂਟਲੀ ਰਿਐਕਟ ਨਹੀਂ ਕਰਦੇ, ਫਿਰ ਉਹ ਤੁਹਾਡੇ ਸਰੀਰ ਨੂੰ ਤਾਂ ਤਕਲੀਫ ਦਿੰਦਾ ਹੀ ਆ ਨਾ, ਹੌਲੀ ਹੌਲੀ। ਤੁਸੀਂ ਦੇਖਿਓ ਕਿ ਚੰਗੀਆਂ ਭਲੀਆਂ ਹੱਸਦੇ ਸੁਭਾਅ ਵਾਲੀਆਂ ਕੁੜੀਆਂ ਕਈ ਵਾਰੀ ਆਪਦੇ ਨਿਆਣਿਆਂ ਨੂੰ ਬਹੁਤ ਜ਼ਿਆਦਾ ਕੁੱਟਦੀਆਂ ਹੁੰਦੀਆਂ ਨੇ। ਇਹ ਮਤਲਬ ਇੱਕ ਸਾਈਕੋਲੋਜੀ ਦੀ ਦਿੱਕਤ ਆ, ਹਨਾ, ਕਿ ਉਹ ਕਿਉਂ ਕੁੱਟਦੀਆਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹੋਰ ਕੋਈ ਮੇਰੀ ਗੱਲ ਸੁਣ ਨਹੀਂ ਰਿਹਾ, ਤੇ ਇੱਕ ਬੱਚਾ ਜਿਹੜਾ ਉਹ ਉਹਨਾਂ ਨੂੰ ਵੀਕ ਪੋਜੀਸ਼ਨ 'ਚ ਲੱਗਦਾ, ਹਨਾ। ਉਹਨਾਂ ਨੂੰ ਲੱਗਦਾ ਕਿ ਇਹਦੇ ਤੇ ਸਾਰਾ ਮੈਂ ਆਪਣਾ ਗੁੱਸਾ ਤਾਰ ਸਕਦੀ ਹਾਂ, ਜਿਹੜਾ ਕਿਤੇ ਨਹੀਂ ਉਤਰ ਰਿਹਾ। ਜੇ ਉਹੀ ਗੁੱਸੇ ਨੂੰ ਥੋੜਾ ਥੋੜਾ ਰਿਐਕਟ ਕਰਦੀਆਂ ਰਹਿਣ ਜਿਹੜੇ ਬੰਦੇ ਨਾਲ ਤੁਹਾਡੀ ਦਿੱਕਤ ਆ, ਤਾਂ ਤੁਸੀਂ ਸ਼ਾਇਦ ਤੁਹਾਨੂੰ ਫਿਰ ਇਦਾਂ ਦਾ ਕੋਈ ਜ਼ਰੀਆ ਨਹੀਂ ਲੱਭਣਾ ਪੈਂਦਾ। ਫਿਰ ਉਹੀ ਗੱਲ ਆ ਨਾ ਵੀ ਕਈ ਵਾਰੀ ਆਪਾਂ ਗੁੱਡ ਬੁੱਕਸ 'ਚ ਰਹਿਣ ਲਈ ਜਾਂ ਆਪਦੀ ਚੰਗੀ, ਸਾਰਿਆਂ ਤੇ ਚੰਗਾ ਪ੍ਰਭਾਵ ਪਾਉਣ ਲਈ ਆਪਾਂ ਕਹਿੰਦੇ ਨੇ ਵੀ ਇਹਨੂੰ ਤਾਂ ਭੋਰਾ ਗੁੱਸਾ। ਇੱਦਾਂ ਦੇ ਵੀ ਲੋਕ ਹੈਗੇ ਨੇ ਦੁਨੀਆ 'ਚ ਜਿਨ੍ਹਾਂ ਨੂੰ ਭੈਣੇ ਵਾਕਈ ਗੁੱਸਾ ਨਹੀਂ ਆਉਂਦਾ। ਮੇਰੀ ਜ਼ਿੰਦਗੀ 'ਚ ਵੀ ਹੈਗੇ ਨੇ, ਹਨਾ। ਜਿਵੇਂ ਹੁਣ ਮੇਰੀ ਮਦਰ ਆ, ਮੈਨੂੰ ਯਾਦ ਹੀ ਨਹੀਂ ਵੀ ਉਹਨਾਂ ਨੇ ਸਾਨੂੰ ਕਦੋਂ ਘੂਰਿਆ ਸੀਗਾ ਜਾਂ ਉਹਨਾਂ ਨੇ ਸਾਡੇ ਕਦੇ ਚਪੇੜ ਮਾਰੀ ਕਿ ਐਵੇਂ ਕਦੇ ਹੱਥ ਚੱਕਿਆ ਵੀ ਹੋਵੇ, ਹਨਾ। ਤੇ ਇੱਦਾਂ ਦੇ ਵੀ ਲੋਕ ਹੈਗੇ ਨੇ ਵੀ ਜਿਨ੍ਹਾਂ ਨੂੰ ਗੁੱਸਾ ਬਿਲਕੁਲ ਹੀ ਨਹੀਂ ਆਉਂਦਾ ਹੈਗਾ। ਹਾਂ, ਪਰ ਇਹ ਵੀ ਨਹੀਂ ਹੈਗਾ ਵੀ ਹਾਂ ਉਹ ਕਿਸੇ ਮਾੜੀ ਚੰਗੀ ਗੱਲ ਤੇ ਰਿਐਕਟ ਹੀ ਨਹੀਂ ਕਰਦੇ ਹੈਗੇ। ਪਰ ਉਹ ਰਿਐਕਟ ਕਰਨਾ ਹੋਰ ਚੀਜ਼ ਆ, ਪ੍ਰਤੀਕਿਰਿਆ ਦੇਣੀ ਹੋਰ ਚੀਜ਼ ਹੁੰਦੀ ਆ। ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਜੇ ਗੁੱਸਾ ਆਉਣਾ ਚਾਹੀਦਾ ਪਰ ਉਹ ਲੰਬੇ ਸਮੇਂ ਲਈ ਨਹੀਂ ਰਹਿਣਾ ਚਾਹੀਦਾ, ਹੈ ਨਾ। ਜਿਵੇਂ ਹੁਣ ਆਪਾਂ ਇੱਥੇ ਕੰਮ ਕਰਦੇ ਹੋਏ ਵੀ ਕਿਸੇ ਮੰਨ ਲਓ ਕਿਸੇ ਕੰਮ ਨੂੰ ਲੈ ਕੇ ਆਪਾਂ ਖਿਝ ਪਏ ਜਾਂ ਇੱਕ ਦੂਜੇ ਨੂੰ ਆਪਾਂ ਬੋਲ ਪਏ, ਪਰ ਮੈਨੂੰ ਲੱਗਦਾ ਹੁੰਦਾ ਕਿ ਬੋਲ ਪਏ ਠੀਕ ਆ, ਉਹ ਖਤਮ ਹੋ ਜਾਣਾ ਚਾਹੀਦਾ ਉੱਥੇ। ਇਹ ਨਹੀਂ ਹੈਗਾ ਕਿ ਤੁਸੀਂ 8 ਘੰਟੇ ਅਗਲੇ ਦੇ ਵੀ ਖਰਾਬ ਕਰ ਦਿਓ, ਆਪਦੇ ਵੀ ਖਰਾਬ ਕਰ ਲਓ ਉਸੇ ਇੱਕ ਮੂਡ ਦੇ ਵਿੱਚ ਰਹਿ ਕੇ, ਹੈ ਨਾ। ਇਹ ਚੀਜ਼ਾਂ ਆਪਾਂ ਪਰਿਵਾਰਾਂ 'ਚ ਵੀ ਦੇਖਦੇ ਹਾਂ ਕਿ ਕਈ ਵਾਰ ਕਿਸੇ ਇੱਕ ਆਪਣੇ ਪਰਿਵਾਰਕ ਮੈਂਬਰ ਦਾ ਗੁੱਸਾ ਜਿਹੜਾ ਹੁੰਦਾ, ਆਪਾਂ ਕਹਿੰਦੇ ਉਹਦਾ ਗੁੱਸਾ ਬਹੁਤ ਭੈੜਾ ਵਾ, ਹੈ ਨਾ। ਤਾਂ ਉਹ ਗੁੱਸਾ ਦੂਜਿਆਂ ਨੂੰ ਤੰਗ ਕਰਨ ਵਾਲਾ ਨਹੀਂ ਹੋਣਾ ਚਾਹੀਦਾ, ਹੈ ਨਾ। ਪਰ ਜੇ ਆਪਾਂ ਇਹ ਕਹੀਏ ਕਿ ਤੁਸੀਂ ਰਿਐਕਟ ਨਾ ਕਰੋ, ਹਾਂ, ਇਹ ਵੀ ਕਿਸੇ ਦੀ ਦਿੱਕਤ ਹੁੰਦੀ ਹੈ ਵੀ ਕਈ ਵਾਰੀ ਓਵਰ ਇਮੋਸ਼ਨਲ, ਆਪਾਂ ਇੱਕ ਵਾਰੀ ਐਪੀਸੋਡ ਕੀਤਾ ਸੀਗਾ ਕਿ ਓਵਰ ਇਮੋਸ਼ਨਲ ਹੋਣਾ ਵੀ ਬਹੁਤੀ ਚੰਗੀ ਗੱਲ ਨਹੀਂ ਹੈਗੀ, ਹੈ ਨਾ। ਕਈ ਵਾਰੀ ਓਵਰ ਇਮੋਸ਼ਨਲ ਲੋਕੀ ਵੀ ਬਹੁਤ ਗੱਲ 'ਤੇ ਗੁੱਸਾ ਹੀ ਕਰੀ ਜਾਂਦੇ ਹੁੰਦੇ ਨੇ, ਮਾੜੀ ਮਾੜੀ ਗੱਲ 'ਤੇ ਰਿਐਕਟ ਕਰੀ ਜਾਂਦੇ ਹੁੰਦੇ ਨੇ, ਉਹ ਵੀ ਨਹੀਂ ਹੋਣਾ ਚਾਹੀਦਾ। ਪਰ ਜੇ ਤੁਸੀਂ ਇਹ ਕਹੋ ਵੀ ਤੁਹਾਡੇ ਨਾਲ ਕੋਈ ਧੱਕਾ ਹੋ ਰਿਹਾ, ਕੁਛ ਗਲਤ ਹੋ ਰਿਹਾ ਵਾ ਜਾਂ ਇਸ ਟਾਈਮ ਤੋਂ ਤੁਹਾਡਾ ਆਪਣੇ ਆਪ 'ਤੇ ਕਾਬੂ ਨਹੀਂ ਰਹਿ ਰਿਹਾ ਹੈਗਾ,
ਤੁਹਾਨੂੰ ਗੁੱਸਾ ਆ ਰਿਹਾ ਤਾਂ ਮੈਨੂੰ ਲੱਗਦਾ ਕਿ ਉਹਨੂੰ ਰਿਲੀਜ਼ ਕਰਨਾ ਚਾਹੀਦਾ ਹੈ ਨਾ। ਪਰ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਉਹਨੂੰ ਤੁਸੀਂ ਇੰਨਾ ਜ਼ਿਆਦਾ ਡਰੈਗ ਕਰ ਲਿਆ, ਇੰਨਾ ਜ਼ਿਆਦਾ ਲੰਬਾ ਖਿੱਚ ਲਿਆ ਕਿ ਤੁਹਾਨੂੰ ਆਪਣੇ ਆਪ ਨੂੰ ਵੀ ਨੁਕਸਾਨ ਹੋ ਰਿਹਾ ਤੇ ਤੁਹਾਡਾ ਆਲਾ ਦੁਆਲਾ ਵੀ ਉਹਦੇ ਨਾਲ ਪ੍ਰਭਾਵਿਤ ਹੋ ਰਿਹਾ ਨਾ। ਇਹ ਨਹੀਂ ਹੋਣਾ ਚਾਹੀਦਾ। ਕਈ ਲੋਕ ਬਹੁਤ ਛੋਟੀਆਂ ਚੀਜ਼ਾਂ ਤੇ ਕਰਦੇ ਆ ਗੁਰਦੀਪ, ਜਿਵੇਂ ਖਾਸ ਕਰਕੇ ਨਾ ਆਪਾਂ ਮਤਲਬ ਬੰਦੇ 'ਚ ਇਹ ਦਿੱਕਤ ਜ਼ਿਆਦਾ ਹੁੰਦੀ ਆ ਕਿ ਉਹ ਛੋਟੀ ਗੱਲ ਤੇ ਵੀ ਜੇ ਗੁੱਸਾ ਕਰਦਾ ਤਾਂ ਲੋਕ ਕਹਿਣਗੇ ਵੀ ਜੀ ਤਾਂ ਆਦਤ ਆ, ਹਨਾ। ਇਹ ਮਤਲਬ ਇਹ ਸ਼ਬਦ ਆਪਾਂ ਆਮ ਵਰਤ ਲੈਂਦੇ ਆ, ਪਰ ਇਹ ਨਹੀਂ ਹੁੰਦਾ ਕਿ ਤੁਸੀਂ ਆਪਣੀ ਆਦਤ ਦੇ ਮੁਤਾਬਕ ਵਰਤਾ ਕਰ ਰਹੇ ਹੋ ਤੇ ਉਹ ਸਾਰਿਆਂ ਤੇ ਕਿਵੇਂ ਦਾ ਜਾ ਰਿਹਾ, ਤੁਸੀਂ ਇਹ ਚੀਜ਼ ਨਹੀਂ ਜੱਜ ਕਰ ਸਕਦੇ, ਹਨਾ। ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਕਿ ਕਈ ਲੋਕ ਗੁੱਸੇ 'ਚ ਇਹੋ ਜਿਹਾ ਕੁਝ ਬੋਲ ਦਿੰਦੇ ਆ ਵੀ ਤੁਸੀਂ ਨਾ ਉਹਨਾਂ ਤੋਂ ਉਮੀਦ ਕਰਦੇ ਹੁੰਦੇ ਹੋ, ਨਾ ਤੁਹਾਡੇ ਤੋਂ ਬਾਅਦ ਚੋਂ ਭੁੱਲਿਆ ਜਾਂਦਾ ਹੁੰਦਾ ਨਾ। ਫਿਰ ਬੰਦਾ ਤੁਹਾਨੂੰ ਇੱਕ ਛੋਟਾ ਜਿਹਾ ਐਕਸਕਿਊਜ਼ ਦੇ ਦਿੰਦਾ ਵੀ ਮੈਨੂੰ ਗੁੱਸਾ ਆ ਗਿਆ। ਕਈ ਤਾਂ ਅੱਜ ਕੱਲ ਗੁੱਸੇ ਨੂੰ ਇਹ ਵੀ ਕਹਿ ਦਿੰਦੇ ਇਹਦਾ ਤਾਂ ਬਲੱਡ ਪ੍ਰੈਸ਼ਰ ਵੱਧਦਾ। ਮੈਨੂੰ ਲੱਗਦਾ ਜੇ ਜਦੋਂ ਤੁਸੀਂ ਇਹ ਕਹਿ ਸਕਦੇ ਹੋ ਵੀ ਮੈਨੂੰ ਗੁੱਸਾ ਆ ਗਿਆ ਸੀ ਤੇ ਇਹਦੇ ਨਾਲ ਤੁਸੀਂ ਸੌਰੀ ਵੀ ਕਹਿ ਸਕਦੇ ਹੋ, ਸੌਰੀ ਮੈਨੂੰ ਗੁੱਸਾ ਆ ਗਿਆ। ਕਈ ਲੋਕਾਂ ਨੂੰ ਅਸਲ 'ਚ ਪਤਾ ਹੀ ਨਹੀਂ ਕਿ ਗੁੱਸਾ ਵੀ ਕਿੱਥੇ ਕੀਤਾ ਜਾ ਸਕਦਾ। ਕਈ ਚੀਜ਼ਾਂ ਹੁੰਦੀਆਂ ਨੇ ਜਿੱਥੇ ਅਸੀਂ ਹਮੇਸ਼ਾ ਪਰਮਾਨੈਂਟ ਨਹੀਂ ਰਹਿਣਾ। ਮੰਨ ਲਓ ਅਸੀਂ ਸਫ਼ਰ ਕਰ ਰਹੇ ਹਾਂ, ਉੱਥੇ ਸਾਨੂੰ ਪਤਾ ਹੁੰਦਾ ਵੱਧ ਤੋਂ ਵੱਧ ਮੇਰਾ 1 ਘੰਟੇ ਦਾ ਸਫ਼ਰ ਹੈ ਨਾ, ਕਈ ਉੱਥੇ ਵੀ ਆਪਦਾ ਵਰਤਾਅ ਨਹੀਂ ਬਦਲਦੇ। ਕਈ ਛੋਟੀ ਛੋਟੀ ਚੀਜ਼ ਤੇ ਮੰਨ ਲਓ ਤੁਸੀਂ ਘਰ 'ਚ ਰੋਜ਼ ਚੰਗੀਆਂ ਚੀਜ਼ਾਂ ਹੋ ਰਹੀਆਂ ਨੇ ਪਰ ਇੱਕਦਮ ਕੋਈ ਛੋਟੀ ਜਿਹੀ ਵੀ ਨੈਗੇਟਿਵ ਚੀਜ਼ ਹੋ ਗਈ ਉਹਦੇ ਤੇ ਵੀ ਤੁਸੀਂ ਰਿਐਕਟ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ। ਅੱਜ ਕੱਲ ਅਸੀਂ ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਉੱਥੇ ਕੋਈ ਬੰਦਾ ਛੋਟੀ ਜਿਹੀ ਗਲਤੀ ਕਰ ਦਿੰਦਾ, ਲੋਕਾਂ 'ਚ ਉਹ ਵੀ ਇੱਕ ਚੀਜ਼ ਹੁੰਦੀ ਹੈ ਕਿ ਲੋਕ ਇੱਕੋ ਦਮ ਰਿਐਕਟ ਕਰਨ ਲੱਗ ਜਾਂਦੇ ਨੇ, ਹਨਾ। ਜਦ ਕਿ ਮੈਨੂੰ ਲੱਗਦਾ ਹੁੰਦਾ ਕਿ ਕਿਸੇ ਤੋਂ ਗਲਤੀ ਵੀ ਹੁੰਦੀ ਆ ਨਾ, ਉਹ ਗਲਤੀ ਜੇ ਤੁਹਾਨੂੰ ਲੱਗਦਾ ਕਿ ਉਹ ਐਡੀ ਵੱਡੀ ਗਲਤੀ ਹੈ ਜਿਹਨੇ ਮੇਰਾ ਆਰਥਿਕ ਜਾਂ ਮਾਨਸਿਕ ਬਹੁਤ ਜ਼ਿਆਦਾ ਨੁਕਸਾਨ ਕੀਤਾ ਜਾਂ ਸਰੀਰਕ ਕੀਤਾ, ਫਿਰ ਤੁਸੀਂ ਬੰਦੇ ਨੂੰ ਜਤਾਓ ਵੀ ਹਾਂ ਮੇਰੀ ਤੇਰੇ ਨਾਲ ਨਾਰਾਜ਼ਗੀ ਆ, ਹਨਾ। ਕਿਉਂਕਿ ਉਹ ਜਤਾਏ ਬਿਨਾਂ ਵੀ ਕਈ ਵਾਰੀ ਸਾਹਮਣੇ ਵਾਲੇ ਇੰਨੇ ਚਮੜੀ ਦੇ ਢੀਠ ਹੁੰਦੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਉਹ ਚੀਜ਼। ਪਰ ਜੇ ਤੁਸੀਂ ਛੋਟੀ ਚੀਜ਼ ਤੇ ਕਰ ਰਹੇ ਹੋ ਫਿਰ ਮੈਨੂੰ ਲੱਗਦਾ ਤੁਹਾਨੂੰ ਸੱਚੀ ਮੈਂਟਲ ਪ੍ਰੋਬਲਮ। ਆਪਾਂ ਕਹਿੰਦੇ ਨਾ ਕਿ ਇੱਕਦਮ ਜ਼ਿਆਦਾ ਹਾਈਪਰ ਹੋ ਜਾਣਾ, ਤੁਹਾਡਾ ਇੰਨਾ ਟੈਂਪਰ ਲੂਜ਼ ਹੋ ਜਾਂਦਾ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਨਾਲ ਬੋਲਣਾ ਕੀ ਆ, ਗੱਲ ਕਿਵੇਂ ਕਰਨੀ ਆ। ਤਾਂ ਉੱਥੇ ਮੈਨੂੰ ਲੱਗਦਾ ਤੁਹਾਨੂੰ ਸੱਚੀ ਮਤਲਬ ਕਿਸੇ ਮਦਦ ਦੀ ਜ਼ਰੂਰਤ ਹੁੰਦੀ ਹੈ। ਔਰ ਤੁਹਾਨੂੰ ਕੋਈ ਪੁੱਛੇ ਉਸ ਤੋਂ ਪਹਿਲਾਂ ਤੁਸੀਂ ਰਿਅਲਾਈਜ਼ ਕਰੋ ਕਿ ਮੇਰੇ ਸੁਭਾਅ 'ਚ ਇਹ ਚੀਜ਼ ਆ ਰਹੀ ਆ। ਹੁਣ ਡਾਕਟਰ ਕਪੂਰ ਨੇ ਇੱਕ ਵਾਰ ਕਿਹਾ ਸੀਗਾ ਕਿ ਡਾਕਟਰਾਂ ਦੀਆਂ ਗਲਤੀਆਂ ਹੁੰਦੀਆਂ ਨੇ ਜਿਹੜੀਆਂ ਉਹ ਕਬਰਾਂ 'ਚ ਦੱਬੀਆਂ ਜਾਂਦੀਆਂ ਨੇ, ਹਨਾ। ਤੇ ਅਧਿਆਪਕਾਂ ਦੀਆਂ ਗਲਤੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਜੇਲ੍ਹਾਂ 'ਚ ਭੁਗਤਦੇ ਹਾਂ, ਹਨਾ। ਤੇ ਉਹ 'ਚ ਉਹਨਾਂ ਨੇ ਕਿਹਾ ਸੀ ਕਿ ਗੁੱਸੇ ਤੇ ਕਿਵੇਂ ਕਾਬੂ ਪਾਉਣਾ ਇਹ ਵੀ ਸਕੂਲਾਂ 'ਚ ਪੜ੍ਹਾਇਆ ਜਾਣਾ ਲਾਜ਼ਮੀ ਆ, ਹਨਾ। ਤੇ ਛੋਟਾ ਜਿਹਾ ਗੁੱਸਾ ਕਈ ਵਾਰ ਤੁਹਾਡੀ ਜ਼ਿੰਦਗੀ ਦੀ ਇੰਨੀ ਵੱਡੀ ਗਲਤੀ ਬਣ ਜਾਂਦਾ ਕਿ ਤੁਹਾਨੂੰ ਉਹਦੇ ਤੇ ਪਛਤਾਉਣ ਲਈ ਵੀ ਵਕਤ ਨਹੀਂ ਮਿਲਦਾ, ਹਨਾ। ਤੇ ਇਹ ਚੀਜ਼ਾਂ ਹੁੰਦੀਆਂ ਨੇ। ਜਿਵੇਂ ਬਹੁਤ ਸਾਰੇ ਕਤਲ ਮੈਨੂੰ ਲੱਗਦਾ ਕਈ ਵਾਰੀ ਸਿਰਫ ਸਾਡਾ ਗੁੱਸਾ ਹੁੰਦੇ ਨੇ, ਸਾਡੀ ਨਾਰਾਜ਼ਗੀ ਹੁੰਦੇ ਨੇ। ਉਹਦੇ 'ਚ ਮਤਲਬ ਜੇ ਤੁਸੀਂ ਕਿਤੇ ਪੜ੍ਹ ਰਹੇ ਹੋ ਕਿ 10 ਰੁਪਏ ਪਿੱਛੇ ਕਤਲ ਹੋਇਆ ਤਾਂ ਉਹ ਕਿਸੇ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਤਾਂ ਹੈ ਨਹੀਂ, ਹਨਾ। ਉੱਥੇ ਮਤਲਬ ਇਹੀ ਆ ਕਿ ਤੁਸੀਂ ਆਪਣੇ ਗੁੱਸੇ ਨੂੰ ਹੀ ਨਹੀਂ ਕੰਟਰੋਲ ਕਰ ਸਕੇ। ਨਹੀਂ, ਇਦਾਂ ਦੀਆਂ ਵੀ ਸਿਚੁਏਸ਼ਨਸ ਆਉਂਦੀਆਂ ਨੇ ਜਿਵੇਂ ਹੁਣ ਕਈ ਵਾਰੀ ਆਪਣੇ ਪਰਿਵਾਰਕ ਝਗੜੇ ਵੀ ਹੁੰਦੇ ਨੇ ਦੋ ਭਰਾਵਾਂ 'ਚ ਜ਼ਮੀਨ ਨੂੰ ਲੈ ਕੇ। ਕਈ ਵਾਰੀ ਆਪਾਂ ਪਾਣੀ ਦੀ ਮੋਟਰ ਦੀ ਪਾਣੀ ਦੀ ਵਾਰੀ ਨੂੰ ਵੀ ਲੈ ਕੇ ਕਈ ਵਾਰੀ ਆਪਾਂ ਭਰਾਵਾਂ ਨੂੰ ਲੜਦੇ ਹੋਏ ਦੇਖਿਆ ਵਾ, ਹਨਾ। ਹਾਲਾਂਕਿ ਉਹ ਕਿੱਡੀ ਕੁ ਗੱਲ ਹੁੰਦੀ ਆ, ਬਹੁਤ ਹੀ ਸਮਝਦਾਰੀ ਵਾਲੀ ਗੱਲ ਹੁੰਦੀ ਆ ਵੀ ਚੱਲ 3 ਘੰਟੇ ਇਹਨੇ ਚਲਾ ਲਈ, 3 ਘੰਟੇ ਮੋਟਰ ਇਹ ਚਲਾ ਲਵੇ, ਜੋ ਵੀ ਹੁੰਦਾ ਆ, ਹਨਾ। ਕਈ ਵਾਰੀ ਆਪਾਂ ਬੰਨੀਆਂ ਹੋਈਆਂ ਬਾਰੀਆਂ ਦੇ ਵਿੱਚੋਂ ਵੀ ਦੂਜੇ ਬੰਦੇ ਦਾ ਟਾਈਮ ਲੈ ਲੈਂਦੇ ਆ, ਹਨਾ। ਤਾਂ ਉੱਥੇ ਹੁਣ ਗੁੱਸਾ ਤਾਂ ਆਊਗਾ ਓਬਵੀਅਸਲੀ, ਨਾ। ਪਰ ਕਈ ਵਾਰੀ ਨਾ ਬਹੁਤ ਮਸਲਾ ਛੋਟਾ ਹੁੰਦਾ ਤੇ ਉਹ ਸਮਝਦਾਰੀ ਨਾਲ ਨਿਬੇੜਨ ਵਾਲਾ ਹੁੰਦਾ ਤੇ ਜਿਹਨੂੰ ਆਪਾਂ ਗੁੱਸੇ 'ਚ ਇੰਨਾ ਜ਼ਿਆਦਾ ਵਧਾ ਲੈਂਦੇ ਹਾਂ ਕਈ ਵਾਰੀ ਫਿਰ ਸਕੇ ਭਰਾ ਵੀ ਸਾਰੀ ਜ਼ਿੰਦਗੀ ਇੱਕ ਦੂਜੇ ਦੇ ਨਾਲ ਬੋਲਣੋਂ ਜਾਂਦੇ ਨੇ, ਹਨਾ। ਤਾਂ ਉੱਥੇ ਕਈ ਵਾਰੀ ਆਪਾਂ ਕਹਿੰਦੇ ਨੇ ਵੀ ਉਸ ਟਾਈਮ ਜੇ ਸੋਚਿਆ ਹੁੰਦਾ, ਉਸ ਟਾਈਮ ਜੇ ਮਾੜਾ ਮੋਟਾ ਗੁੱਸੇ ਤੇ ਕਾਬੂ ਰੱਖਿਆ ਹੁੰਦਾ। ਉਹ ਮੈਂ ਕਹਿੰਦੀ ਵੀ ਗੁੱਸਾ ਨਹੀਂ ਆਉਣਾ ਚਾਹੀਦਾ। ਮੈਂ ਤਾਂ ਇਸ ਚੀਜ਼ 'ਚ ਬਿਲਕੁਲ ਅਗਰੀ ਕਰਦੀ ਹਾਂ ਵੀ ਤੁਹਾਨੂੰ ਗੁੱਸਾ ਆਉਣਾ ਚਾਹੀਦਾ, ਤੁਹਾਡਾ ਰਿਐਕਟ ਕਰਨਾ ਬਹੁਤ ਜ਼ਰੂਰੀ ਆ। ਮੈਂ ਤਾਂ ਛੋਟੇ ਬੱਚਿਆਂ ਨੂੰ ਵੀ ਕਹਿੰਦੀ ਹਾਂ, ਕਈ ਵਾਰੀ ਜਦੋਂ ਆਨੰਦ ਕਹਿੰਦੀ ਮੈਨੂੰ ਗੁੱਸਾ ਆਉਂਦਾ ਆ, ਹਨਾ, ਤੇ ਮੈਨੂੰ ਉਹਦੇ ਤੇ ਕਈ ਵਾਰੀ ਹਾਸਾ ਵੀ ਆਉਂਦਾ ਹੁੰਦਾ। ਪਰ ਮੈਨੂੰ ਲੱਗਦਾ ਹੁੰਦਾ ਕਿ ਬੱਚੇ ਨੂੰ ਇਮੋਸ਼ਨ ਵੀ ਦਿਖਾਉਣਾ ਆਉਣਾ ਚਾਹੀਦਾ ਵੀ ਜਿਹੜਾ ਬੱਚਾ ਇਹ ਕਹਿੰਦਾ ਕਿ ਮੈਨੂੰ ਗੁੱਸਾ ਨਹੀਂ ਆਉਂਦਾ ਜਾਂ ਬੱਚਾ ਆਪਣਾ ਬਿਹੇਵੀਅਰ ਰਿਫਲੈਕਟ ਨਹੀਂ ਕਰਦਾ ਹੈਗਾ, ਤਾਂ ਮੈਨੂੰ ਲੱਗਦਾ ਵੀ ਉਹ ਵੀ ਦਿੱਕਤ ਵਾਲੀ ਗੱਲ ਹੁੰਦੀ ਆ, ਹਨਾ। ਜਾਂ ਕਈ ਵਾਰੀ ਉਹਨੂੰ ਜਦੋਂ ਅਸੀਂ ਛੇੜਦੇ ਹਾਂ ਖਿੱਚਦੀ ਆ ਤਾਂ ਮੈਨੂੰ ਲੱਗਦਾ ਕਿ ਇਹਨੂੰ ਇਮੋਸ਼ਨ ਆਪਣਾ ਰਿਫਲੈਕਟ ਕਰਨਾ ਆਉਂਦਾ, ਹਨਾ। ਸੋ ਗੁੱਸਾ ਤੁਹਾਡਾ ਇੱਕ ਇਮੋਸ਼ਨ ਹੀ ਆ, ਹੈ ਨਾ। ਪਰ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਵੀ ਕਦੋਂ, ਕਿਵੇਂ ਤੇ ਕਿੱਥੇ, ਇਹ ਬਹੁਤ ਜ਼ਿਆਦਾ ਜ਼ਰੂਰੀ ਆ, ਹਨਾ। ਹੁਣ ਗੁੱਸਾ ਆਪਾਂ ਮੰਨ ਲਓ ਕਿ ਕੋਈ ਕੰਮ ਕਰਦੇ ਹੋਏ, ਇੱਥੇ ਕੰਮ ਕਰਦੇ ਹੋਏ ਜਾਂ ਘਰੇ ਤੁਹਾਨੂੰ ਕਿਸੇ ਤੇ ਗੁੱਸਾ ਆ ਗਿਆ ਜਾਂ ਕਿਸੇ ਆਪਣੇ ਰਿਸ਼ਤੇ ਭੈਣ ਭਰਾ ਦੇ ਨਾਲ ਜਾਂ ਪਰਿਵਾਰਕ ਮੈਂਬਰ ਕਿਸੇ ਨਾਲ ਵੀ, ਹੈ ਨਾ, ਜਾਂ ਬਾਹਰ ਕਿਤੇ ਤੁਸੀਂ ਕਿਤੇ ਕੰਮ ਕਰ ਰਹੇ ਹੋ ਜਾਂ ਟਰੈਵਲ ਕਰ ਰਹੇ ਹੋ, ਮੈਨੂੰ ਲੱਗਦਾ ਜੇ ਗੁੱਸਾ ਆ ਗਿਆ ਤਾਂ ਉਸ ਇਮੋਸ਼ਨ, ਉਹ ਤੁਹਾਡਾ ਇਮੋਸ਼ਨ ਰਿਲੀਜ਼ ਹੋ ਗਿਆ, ਉਹਨੂੰ ਛੱਡ ਦਿਓ ਉੱਥੇ, ਹੈ ਨਾ। ਜੇ ਤੁਹਾਨੂੰ ਲੱਗਿਆ ਕਿ
ਮੇਰੇ ਗੁੱਸੇ ਕਾਰਨ ਸਾਹਮਣੇ ਵਾਲੇ ਬੰਦੇ ਨੂੰ ਮਤਲਬ ਦੁੱਖ ਪਹੁੰਚਿਆ ਜਾਂ ਉਹਨੂੰ ਤਕਲੀਫ ਹੋਈ ਆ, ਤਾਂ ਮੈਨੂੰ ਲੱਗਦਾ ਕਿ ਉੱਥੇ ਤੁਹਾਨੂੰ ਮਾਫੀ ਵੀ ਜ਼ਰੂਰ ਮੰਗ ਲੈਣੀ ਚਾਹੀਦੀ ਆ। ਕਿਸੇ ਵੀ ਗੱਲ ਤੇ ਤੁਹਾਨੂੰ ਗੁੱਸਾ ਆਇਆ ਤਾਂ ਉਹਨੂੰ ਬਹੁਤ ਜ਼ਿਆਦਾ ਲੰਬਾ ਨਾ ਖਿੱਚੋ। ਇਹ ਨਾ ਹੋਵੇ ਵੀ ਇੱਕ ਗੁੱਸਾ ਤੁਹਾਡਾ 15-15 ਦਿਨ ਚੱਲ ਰਿਹਾ ਵਾ ਤੇ ਉਹਦੇ ਨਾਲ ਤੁਹਾਡੇ ਘਰ ਦਾ, ਤੁਹਾਡੇ ਕੰਮ ਦਾ, ਤੁਹਾਡੇ ਅੰਦਰ ਦਾ ਸਾਰਾ ਸਿਸਟਮ ਖਰਾਬ ਹੋ ਜਾਵੇ, ਹੈ ਨਾ। ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਗੁੱਸਾ ਆਉਣਾ ਤਾਂ ਚਾਹੀਦਾ ਵਾ, ਇਮੋਸ਼ਨ ਬੰਦੇ 'ਚ ਹਰ ਤਰ੍ਹਾਂ ਦਾ ਇਮੋਸ਼ਨ ਹੋਣਾ ਚਾਹੀਦਾ। ਪਰ ਜਿਵੇਂ ਕਈ ਵਾਰੀ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਕਤਲ ਜਾਂ ਬਹੁਤ ਸਾਰੀਆਂ ਵੱਡੀਆਂ ਲੜਾਈਆਂ ਜਾਂ ਘਰਾਂ 'ਚ ਬਹੁਤ ਵੱਡੇ ਵੱਡੇ ਨੁਕਸਾਨ, ਜਾਂ ਕਈ ਬੰਦੇ ਆਪਣੇ ਕਰੀਅਰ ਦਾ ਨੁਕਸਾਨ ਵੀ ਕਰ ਲੈਂਦੇ ਨੇ ਗੁੱਸੇ 'ਚ ਆ ਕੇ, ਹੈ ਨਾ। ਉੱਥੇ ਸਾਨੂੰ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਕਿ ਜਿਹੜਾ ਮੇਰਾ ਇਮੋਸ਼ਨ ਆ ਤਾਂ ਇਹਦਾ ਮੈਨੂੰ ਰਿਜ਼ਲਟ ਕੀ ਮਿਲੂਗਾ ਬਾਅਦ ਦੇ ਵਿੱਚ, ਹੈ ਨਾ। ਆਪਾਂ ਕਹਿੰਦੇ ਨੇ ਵੀ ਹੋਸ਼ੋ ਹਵਾਸ 'ਚ ਹਮੇਸ਼ਾ ਰਹਿਣਾ ਚਾਹੀਦਾ। ਤੇ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਕਿ ਜੋਸ਼ ਦੇ ਨਾਲ ਹੋਸ਼ ਨਹੀਂ ਖੋਣਾ ਚਾਹੀਦਾ, ਉਹਦੇ ਮੈਨੂੰ ਲੱਗਦਾ ਕਿ ਗੁੱਸੇ 'ਚ ਵੀ ਜਦੋਂ ਤੁਸੀਂ ਹੁੰਦੇ ਹੋ ਤੁਹਾਨੂੰ ਉਦੋਂ ਵੀ ਆਪਣਾ ਹੋਸ਼ ਨਹੀਂ ਖੋਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹੜੀ ਗੱਲ 'ਤੇ ਗੁੱਸਾ ਕਰ ਰਹੇ ਹੋ, ਇੱਥੇ ਗੁੱਸਾ ਕਰਨਾ ਬਣਦਾ ਸੀ ਜਾਂ ਨਹੀਂ ਬਣਦਾ ਸੀਗਾ, ਤੇ ਇਸ ਗੁੱਸੇ ਨੂੰ ਤੁਸੀਂ ਕਿੰਨਾ ਲੰਬਾ ਲੈ ਕੇ ਜਾਣਾ ਆ, ਹੈ ਨਾ। ਤਾਂ ਉਹ ਮੈਨੂੰ ਲੱਗਦਾ ਕਿ ਚੀਜ਼ਾਂ ਤੁਹਾਡੇ ਧਿਆਨ 'ਚ ਹੋਣੀਆਂ ਚਾਹੀਦੀਆਂ ਨੇ। ਜਾਂ ਜਿਹੜਾ ਮੇਰਾ ਹੁਣ ਰਿਐਕਸ਼ਨ ਮੈਂ ਦੇਤਾ, ਮੈਂ ਇੱਕ ਵਾਰੀ ਕਿਸੇ 'ਤੇ ਗੁੱਸਾ ਕੱਢਤਾ, ਤਾਂ ਇਹਦਾ ਬਾਅਦ 'ਚੋਂ ਰਿਜ਼ਲਟ ਕੀ ਮਿਲੂਗਾ, ਹੈ ਨਾ। ਇਹ ਚੀਜ਼ ਹੈਗੀ ਆ ਗੁਰਦੀਪ। ਕਈ ਵਾਰੀ ਨਾ ਆਪਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਆਪਾਂ ਸਮਝਦੇ ਹੁੰਦੇ ਆ ਕਿ ਮੇਰੇ ਨੇਚਰ ਦਾ ਇੱਕ ਪਾਰਟ ਆ, ਹਨਾ। ਪਰ ਜੇ ਤੁਹਾਡੀ ਨੇਚਰ 'ਚ ਸਭ ਤੋਂ ਜ਼ਿਆਦਾ ਚੀਜ਼ ਦੇਖੀ ਉਹੀ ਰਹੀ ਆ ਇਕੱਲੀ, ਹਨਾ, ਫਿਰ ਮੈਨੂੰ ਲੱਗਦਾ ਕਿ ਫਿਰ ਵਾਕਈ ਤੁਸੀਂ ਇਹ ਨਾ ਸੋਚੋ। ਪਰ ਇਹ ਵੀ ਹੋਣਾ ਚਾਹੀਦਾ ਭੈਣੇ ਕਿ ਇੱਕ ਚੀਜ਼ ਤੁਹਾਡੀ ਜੇ ਇੱਕੋ ਹੀ ਬੰਦੇ ਨੂੰ ਦਿਸ ਰਹੀ ਹੈ ਤਾਂ ਮਤਲਬ ਉਹ ਪ੍ਰੋਬਲਮ ਨਹੀਂ ਹੈ। ਹਾਂ, ਪਰ ਜੇ ਸਾਰੇ ਮਤਲਬ ਉਸ ਚੀਜ਼ ਨੂੰ ਨੋਟ ਕਰਦੇ ਨੇ ਨਾ, ਕਈ ਵਾਰੀ ਨਾ ਸਾਡਾ ਆਪਾਂ ਕਹਿੰਦੇ ਹੁੰਦੇ ਆ ਕਿ ਮਾਵਾਂ ਪਿਓ ਤੋਂ ਬੱਚੇ ਨੂੰ ਕਿਉਂ ਡਰਾਉਂਦੀਆਂ ਰਹਿੰਦੀਆਂ ਨੇ, ਹਨਾ। ਕਿਉਂਕਿ ਨਿਆਣਿਆਂ ਨੂੰ ਲੱਗਦਾ ਹੁੰਦਾ ਕਿ ਬੰਦਿਆਂ 'ਚ ਜ਼ਿਆਦਾ ਗੁੱਸਾ, ਪਿਓ 'ਚ ਜ਼ਿਆਦਾ ਗੁੱਸਾ, ਹਨਾ। ਤੇ ਬਹੁਤ ਸਾਰੇ ਲੋਕਾਂ ਦਾ ਆਪਦੇ ਆਲੇ ਦੁਆਲੇ ਨਾਲ ਜਾਂ ਆਪਣੇ ਬੱਚਿਆਂ ਨਾਲ, ਜਾਂ ਇੱਥੋਂ ਤੱਕ ਕਿ ਕਈਆਂ ਦਾ ਤਾਂ ਆਪਣੀਆਂ ਘਰ ਵਾਲੀਆਂ ਨਾਲ ਵੀ ਰਿਸ਼ਤਾ ਜਿਹੜਾ ਚੰਗਾ ਨਹੀਂ ਬਣਦਾ, ਉਹਦਾ ਕਾਰਨ ਵੀ ਕਿਤੇ ਨਾ ਕਿਤੇ ਗੁੱਸਾ ਹੁੰਦਾ। ਮੈਨੂੰ ਨਾ ਹੁਣੇ ਗੱਲ ਯਾਦ ਆਈ, ਹਲੇ ਆਪਾਂ ਕੱਲ ਪਰਸੋਂ ਇੱਕ ਨਿਊਜ਼ ਪੜ੍ਹ ਰਹੇ ਸੀਗੇ ਵੀ ਜਿਵੇਂ ਉਹੀ ਹੈ ਨਾ ਵੀ ਤੁਹਾਡਾ ਗੁੱਸਾ ਕਿਸੇ ਲਈ ਨੁਕਸਾਨਦੇਹ ਨਹੀਂ ਹੋਣਾ ਚਾਹੀਦਾ। ਇੱਕ 7 ਸਾਲ ਦਾ ਬੱਚਾ ਸੀਗਾ ਜਿਹੜਾ, ਮਤਲਬ ਮੈਂ ਪੂਰੀ ਖਬਰ ਤਾਂ ਨਹੀਂ ਪੜ੍ਹੀ, ਉਹ ਹੈਡਲਾਈਨ ਇਹ ਸੀਗੀ ਕਿ ਆਪਦੇ ਪਿਓ ਦੇ ਗੁੱਸੇ ਤੋਂ ਡਰਦਾ ਮਾਰਾ ਬੱਚਾ ਘਰੋਂ ਨਿਕਲ ਗਿਆ ਤੇ ਉਹਨੂੰ ਹਫਤਾ ਹੋ ਗਿਆ ਸੀ ਤਾਂ ਉਹ ਨਾ ਲੱਭਿਆ ਤੇ ਨਾ ਹੀ ਘਰੇ ਵਾਪਸ ਆਇਆ, ਹੈ ਨਾ। ਵੀ ਇਹੋ ਜਿਹਾ ਵੀ ਨਹੀਂ ਹੋਣਾ ਚਾਹੀਦਾ। ਇਹ ਜਿਹੜੀਆਂ ਚੀਜ਼ਾਂ ਸਾਡੀਆਂ ਮਾਵਾਂ ਵੀ ਸਾਨੂੰ ਸਿਖਾਉਂਦੀਆਂ ਰਹੀਆਂ, ਜਾਂ ਅੱਜ ਤੱਕ ਵੀ ਕਈ ਕੁੜੀਆਂ ਇਹੀ ਸਿਖਾਉਂਦੀਆਂ ਰਹਿੰਦੀਆਂ ਆਪਣੇ ਨਿਆਣਿਆਂ ਨੂੰ ਵੀ ਇੱਕ ਜਾਣੇ ਦਾ ਤਾਂ ਡਰ ਹੋਣਾ ਚਾਹੀਦਾ। ਮੈਂ ਕਹਿੰਦੀ ਆ ਹੋਣਾ ਚਾਹੀਦਾ ਵਾ, ਡਰ ਦੇ ਨਾਲੋਂ ਸਤਿਕਾਰ ਹੋਣਾ ਚਾਹੀਦਾ, ਹੈ ਨਾ। ਜਿਵੇਂ ਕਈ ਆਪਾਂ ਡਰਾਉਂਦੇ ਰਹਿੰਦੇ ਆ, ਦੱਸੂ ਤੇਰੇ ਪਿਓ ਨੂੰ, ਆ ਲੈਣ ਦੇ ਤੇਰੇ ਪਿਓ ਨੂੰ, ਉਹ ਬੰਦੇ ਨੂੰ ਇਹ ਲੱਗਦਾ ਰਹਿੰਦਾ ਵੀ ਮੇਰਾ ਪਿਓ ਕੋਈ ਵਿਲਨ ਆ ਮੇਰੀ ਜ਼ਿੰਦਗੀ ਦੇ ਵਿੱਚ, ਹੈ ਨਾ। ਜਾਂ ਕਈ ਵਾਰੀ ਸੱਚੇ ਪਿਓ ਬਹੁਤ ਜ਼ਿਆਦਾ ਗੁੱਸਾ ਕਰਦੇ ਨੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਮੇਰਾ ਮਰਦ ਹੋਣਾ ਮਤਲਬ ਕਿ ਮੇਰਾ ਰੋਹਬਦਾਰ ਤੇ ਗੁੱਸੇ ਵਾਲਾ ਹੋਣਾ ਜ਼ਰੂਰੀ ਆ, ਹੈ ਨਾ। ਤਾਂ ਉਹ ਬੱਚਾ ਦੇਖ ਲਓ, ਕਹਿੰਦੇ ਵੀ ਪਤਾ ਨਹੀਂ ਵੀ ਕੀ ਸਿਚੁਏਸ਼ਨ ਸੀ ਜਾਂ ਕੀ ਹਾਲਾਤ ਸੀਗੇ, ਪਰ ਮੈਂ ਇੰਨਾ ਕੀ ਪੜ੍ਹਿਆ ਵੀ ਆਪਦੇ ਪਿਓ ਦੇ ਗੁੱਸੇ ਤੋਂ ਡਰਦਾ ਮਾਰਾ 7 ਸਾਲ ਦਾ ਬੱਚਾ ਘਰੋਂ ਨਿਕਲ ਗਿਆ ਤੇ ਹਫਤਾ ਹੋ ਗਿਆ ਨਹੀਂ ਮਿਲਿਆ, ਹੈ ਨਾ। ਸੋ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਤੁਹਾਡਾ ਗੁੱਸਾ ਕਿਸੇ ਨੂੰ ਨੁਕਸਾਨ ਦੇ ਰਿਹਾ ਵਾ, ਹੈ ਨਾ। ਸਹੀ ਗੱਲ ਆ। ਦੇਖੋ ਸਾਡੇ ਨਾ ਇੱਕ ਮਤਲਬ ਪਹਿਲਾਂ ਜਿੱਥੇ ਅਸੀਂ ਰਹਿੰਦੇ ਸੀ ਉੱਥੇ ਸਾਡੀ ਗੁਆਂਢ ਨਾ ਇੱਕ ਲੇਡੀ ਸੀਗੀ, ਉਹ ਆਪਣੇ ਤੋਂ ਵੀ ਘੱਟ ਉਮਰ ਦੀ ਸੀਗੀ, ਮਸਾਂ 30 ਸਾਲ ਦੀ ਹੋਣੀ। ਤੇ ਉਹ ਕਈਆਂ 'ਚ ਇਹ ਪ੍ਰੋਬਲਮ ਹੁੰਦੀ ਆ ਗੁਰਦੀਪ, ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਮੇਰਾ ਜਿਹੜਾ ਸੁਭਾਅ ਹੈ ਕਈ ਤਰ੍ਹਾਂ ਦਾ ਹੈ। ਹਾਂਜੀ। ਉਹ ਜਦੋਂ ਮਤਲਬ ਉਹਨਾਂ ਦੇ ਹਸਬੈਂਡ ਜੌਬ ਤੇ ਚਲੇ ਜਾ ਕੇ ਉਹਨਾਂ ਦੀ ਬਣਦੀ ਨਹੀਂ ਸੀ ਦੋਨਾਂ ਹਸਬੈਂਡ ਵਾਈਫ ਦੀ, ਤਾਂ ਉਹ ਇੰਨਾ ਨਿਆਣਿਆਂ ਨੂੰ ਕੁੱਟਦੇ ਹੁੰਦੇ ਸੀਗੇ, ਮਤਲਬ ਉਹ ਲੇਡੀ ਸੀ ਜਿਹੜੀ। ਤੇ ਉਹ ਸਾਨੂੰ ਕਈ ਵਾਰੀ ਮਹਿਸੂਸ ਹੋਣਾ ਵੀ ਯਾਰ ਇਹਨਾਂ ਜਵਾਕਾਂ ਦਾ ਕੀ ਕਸੂਰ ਆ, ਜਦ ਕਿ ਅਸੀਂ ਖੁਦ ਦੇਖਿਆ ਕਿ ਉਹ ਨਿਆਣੇ ਜਮਾਂ ਹੀ ਸ਼ਰਾਰਤ ਨਹੀਂ ਸੀ ਕਰਦੇ, ਹਨਾ। ਤੇ ਉਹ ਬੰਦਾ ਕਈ ਵਾਰੀ ਦੂਜੇ ਦੀ, ਤੁਸੀਂ ਮਤਲਬ ਭਰਿਆ ਹੋਇਆ ਗੁੱਸਾ ਤੁਸੀਂ ਕਿਸੇ ਦੂਜੇ ਤੇ ਲਾਉਂਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ 10 ਮਿੰਟ ਬਾਅਦ ਭੁੱਲ ਗਏ ਕਿ ਮੈਂ ਆਪਣੇ ਅੰਦਰੋਂ ਸਭ ਕੁਝ ਰਿਲੀਜ਼ ਕਰ ਲਿਆ ਤੇ ਸਾਹਮਣੇ ਵਾਲਾ ਵੀ ਭੁੱਲ ਜਾਊਗਾ। ਇਹ ਚੀਜ਼ ਖਾਸ ਕਰਕੇ ਜਦੋਂ ਤੁਸੀਂ ਮਾਂ ਪਿਓ ਆ ਨਾ, ਜੇ ਤੁਸੀਂ ਮਤਲਬ ਉਸ ਆਪਣੀ ਇਸ ਸਮੱਸਿਆ ਤੇ ਕੰਟਰੋਲ ਨਹੀਂ ਕਰਦੇ ਤਾਂ ਤੁਹਾਡੇ ਨਿਆਣੇ ਤੁਹਾਡੇ ਤੋਂ ਕਿੰਨੀਆਂ ਚੀਜ਼ਾਂ ਲੁਕਾਉਂਦੇ ਆ ਤੁਸੀਂ ਸੋਚ ਨਹੀਂ ਸਕਦੇ, ਹਨਾ। ਤੇ ਕਿੰਨੀਆਂ ਗਲਤੀਆਂ ਬੱਚੇ ਗੁੱਸੇ ਤੋਂ ਡਰਦੇ ਮਾਰੇ ਕਰ ਲੈਂਦੇ ਨੇ। ਤੁਸੀਂ ਅੱਜ ਕੱਲ 18-19 ਸਾਲ ਦੀਆਂ ਕੁੜੀਆਂ ਨਾਲ ਗੱਲਾਂ ਕਰੋਗੇ ਨਾ, ਜਿਵੇਂ ਮੈਂ ਕੁਝ ਕੁ ਦਿਨ ਪਹਿਲਾਂ ਕਿਸੇ ਨਾਲ ਗੱਲ ਕਰਦੀ ਸੀ, ਹਨਾ। ਉਹ ਕਹਿੰਦੇ ਵੀ ਹੁਣ ਖਾਸ ਕਰਕੇ ਕੁੜੀਆਂ ਉਹ ਬਾਹਰ ਕਿਉਂ ਜਾਂਦੀਆਂ ਨੇ, ਉਹਨਾਂ ਨੂੰ ਲੱਗਦਾ ਕਿ ਬਾਹਰ ਜਾ ਕੇ ਸਾਨੂੰ ਮੁੰਡਿਆਂ ਦੇ ਜਿੰਨੀ ਮੁੰਡਿਆਂ ਨੂੰ ਇੱਧਰ ਫਰੀडम ਮਿਲਦੀ ਹੈ ਸਾਨੂੰ ਉਹ ਮਿਲੂਗੀ, ਕਿਉਂਕਿ ਸਾਡੇ ਪੇਰੈਂਟਸ ਸਾਨੂੰ ਸਮਝਦੇ ਨਹੀਂ। ਤੇ ਪੇਰੈਂਟਸ ਕੌਣ ਹੁੰਦਾ, ਇੱਕ ਮਾਂ ਵੀ ਤਾਂ ਹੁੰਦੀ ਆ, ਹਨਾ। ਉਹਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਕੁੜੀਆਂ, ਜਦੋਂ ਮੈਂ ਉਸ ਉਮਰ 'ਚ ਸੀ ਮੇਰੀਆਂ ਕੀ ਜ਼ਰੂਰਤਾਂ ਸੀਗੀਆਂ, ਜਾਂ ਮੈਨੂੰ ਕਿੰਨੀ ਕੁ ਆਜ਼ਾਦੀ ਚਾਹੀਦੀ ਸੀ, ਜਾਂ ਜਿੰਨੀ ਕੁ ਮੈਨੂੰ
ਮਿਲਦੀ ਸੀ ਕਿ ਮੈਂ ਉਹਦਾ ਮਿਸਯੂਜ਼ ਕਰਦੀ ਸੀ। ਬਹੁਤ ਸਾਰੀਆਂ ਮਾਵਾਂ ਇੰਨਾ ਜ਼ਿਆਦਾ ਗੁੱਸਾ ਆਪਦੀਆਂ ਕੁੜੀਆਂ ਤੇ ਕਰਦੀਆਂ ਨੇ ਸਿਰਫ ਮਤਲਬ ਇਸ ਲਈ ਕਿ ਕੱਲ ਨੂੰ ਕੋਈ ਘਰ 'ਚ ਮੇਲ ਆ ਜਿਹੜਾ ਉਹ ਨਾ ਸਾਨੂੰ ਟੋਕੇ। ਉਹ ਆਪਣੇ ਨਿਆਣਿਆਂ ਨੂੰ ਬਹੁਤ ਗੁੱਸੇ ਨਾਲ ਕੰਟਰੋਲ ਕਰਦੇ ਨੇ ਲੋਕ। ਤੇ ਤੁਸੀਂ ਦੇਖੋ ਹੁਣ ਇੱਕ ਚੀਜ਼ ਤਾਂ ਆਪਾਂ ਕਹਿੰਦੇ ਕਿ ਸਾਨੂੰ ਜਨਮ ਤੋਂ ਮਿਲੀ ਆ, ਕਿ ਸਾਡਾ ਸੁਭਾਅ ਜਨਮ ਤੋਂ ਆ। ਤੁਸੀਂ ਇੱਕ ਚੀਜ਼ ਨੋਟ ਕਰਦੇ ਹੋ ਕਿ ਅੱਜ ਕੱਲ੍ਹ ਆਪਾਂ ਜਦੋਂ ਸਾਰੇ ਆਪਣੇ ਕਮਰਿਆਂ 'ਚ ਬੈਠੇ ਹੁੰਦੇ ਹਾਂ, ਆਪਾਂ ਮੋਬਾਈਲ ਲੈ ਕੇ ਬੈਠਦੇ ਹਾਂ, ਹੈ ਨਾ। ਤੇ ਉਸ ਟਾਈਮ ਸਾਡਾ ਬੱਚਾ ਸਾਨੂੰ 10 ਮਿੰਟ ਲਈ ਵੀ ਬੁਲਾਉਂਦਾ, ਅਸੀਂ ਭੱਜ ਕੇ ਪੈਂਦੇ ਹਾਂ, ਕੀ ਆ ਤੈਨੂੰ ਦੱਸ, ਹੈ ਨਾ, ਕੀ ਚਾਹੀਦਾ ਤੈਨੂੰ, ਹੁਣੇ ਤਾਂ ਆਹ ਚੀਜ਼ ਖਵਾਈ ਆ, ਤੈਨੂੰ ਹੁਣੇ ਤਾਂ ਆਹ ਚੀਜ਼ ਦਿੱਤੀ ਸੀਗੀ। ਤੇ ਕਦੀ ਸਾਡੀਆਂ ਮਾਵਾਂ ਨੇ ਐਵੇਂ ਕੀਤਾ ਸੀਗਾ ਸਾਡੇ ਨਾਲ? ਕਦੀ ਨਹੀਂ ਸੀ ਹੁੰਦਾ। ਬਹੁਤ ਕਿਤੇ ਜਦੋਂ ਬਹੁਤ ਥੱਕੀਆਂ ਹੁੰਦੀਆਂ ਸੀ ਉਦੋਂ ਝਿੜਕਦੀਆਂ ਸੀਗੀਆਂ। ਤੇ ਸਾਨੂੰ ਪਤਾ ਹੀ ਨਹੀਂ ਵੀ ਇਹ ਚੀਜ਼ ਕਈ ਵਾਰੀ ਸਾਡੇ ਜਨਮ ਤੋਂ ਸਾਡੇ ਨਾਲ ਨਹੀਂ ਹੈਗੀ, ਸਾਨੂੰ ਆਲੇ ਦੁਆਲੇ ਦਾ ਮਾਹੌਲ ਵੀ ਦੇ ਰਿਹਾ। ਇਹ ਫੋਨ ਵੀ ਸਾਨੂੰ ਬਹੁਤ ਜ਼ਿਆਦਾ ਮਤਲਬ ਗੁੱਸੇ ਵਾਲਾ ਬਣਾ ਰਿਹਾ। ਸਾਨੂੰ ਧੀਰਜ ਨਾਂ ਦੀ ਚੀਜ਼ ਸਾਡੀ ਜ਼ਿੰਦਗੀ ਚੋਂ ਚਲੀ ਗਈ, ਹੈ ਨਾ। ਤੇ ਆਪਣੇ 'ਚ ਸਬਰ ਨਹੀਂ ਰਿਹਾ। ਮੈਨੂੰ ਲੱਗਦਾ ਕਿ ਹਾਂ ਛੋਟਾ ਜਿਹਾ ਇੱਕ ਪਾਰਟ ਤੁਹਾਡੇ ਹੋਣਾ ਚਾਹੀਦਾ ਨੇਚਰ ਦਾ, ਕਿ ਤੁਸੀਂ ਜਿਹੜੀ ਚੀਜ਼ ਤੁਹਾਨੂੰ ਬਹੁਤ ਬੁਰੀ ਲੱਗਦੀ ਹੈ, ਕਈ ਵਾਰ ਲੱਗਦਾ ਹੁੰਦਾ ਕਿ ਇੱਥੇ ਇੱਦਾਂ ਰਿਐਕਟ ਕਰੇ ਤੇ ਇਹਨੇ ਕੰਟਰੋਲ 'ਚ ਆਉਣਾ, ਹੈ ਨਾ। ਤਾਂ ਕੋਈ ਤੁਹਾਨੂੰ ਮਤਲਬ ਛੇੜਛਾੜ ਹੋ ਰਹੀ ਆ, ਤੁਹਾਨੂੰ ਕੋਈ ਬਹੁਤ ਗਲਤ ਤਰੀਕੇ ਨਾਲ ਬੋਲਦਾ, ਜਾਂ ਘਰ 'ਚ ਕੋਈ ਬਹੁਤ ਵੱਡੀ ਗਲਤੀ ਕਰ ਰਿਹਾ ਜਿਹੜੀ ਤੁਹਾਨੂੰ ਲੱਗਦਾ ਕਿ ਹੁਣ ਕਹਿਣਾ ਲਾਜ਼ਮੀ ਆ, ਪਰ ਜੇ ਤੁਸੀਂ 24 ਘੰਟੇ ਉੱਦਾਂ ਰਿਐਕਟ ਕਰੀ ਜਾਂਦੇ ਹੋ, ਫਿਰ ਸਮਝੀ ਜਾਂਦੇ ਹੋ ਕਿ ਮੇਰੇ ਤਾਂ ਇਹ ਸੁਭਾਅ ਦਾ ਹਿੱਸਾ, ਫਿਰ ਤੁਸੀਂ ਬਿਮਾਰ ਹੋ ਸੱਚੀ, ਹੈ ਨਾ। ਤੇ ਫਿਰ ਉਹ ਤੁਹਾਡਾ ਗੁੱਸਾ ਜ਼ਰੂਰੀ ਨਹੀਂ ਵੀ ਮਤਲਬ ਤੁਹਾਡੇ ਲਈ ਸਮੱਸਿਆ ਬਣੂ। ਸਰੀਰਕ ਸਮੱਸਿਆ ਉਹ ਤਾਂ ਕਦੇ ਬਣੇ ਨਾ ਬਣੇ, ਪਰ ਜੱਬ ਕੋਈ ਨਾ ਕੋਈ ਤੁਹਾਡੇ ਲਈ ਜ਼ਰੂਰ ਛੇੜ ਦੂਗਾ। ਕਈ ਸਾਲ ਪਹਿਲਾਂ ਨਾ ਕਿਸੇ ਨੇ ਦੱਸਿਆ ਸੀਗਾ ਵੀ ਕਈ ਵਾਰੀ ਨਾ ਬਹੁਤ ਜ਼ਿਆਦਾ ਗੁੱਸਾ ਆਉਣਾ, ਕਈ ਵਾਰ ਸਾਡੇ 'ਚ ਕੁਝ ਹਾਰਮੋਨ ਚੇਂਜ ਹੁੰਦੇ ਘੱਟ ਵੱਧ ਹੋਣ ਵਾਲੀ ਗੱਲ ਵੀ ਹੁੰਦੀ ਹੈ। ਮੇਰੀ ਛਿੱਕ ਆਉਂਦੀ ਹੈ, ਪਤਾ ਨਹੀਂ ਆਉਂਦੀ। ਉਹਨਾਂ ਨੇ ਦੱਸਿਆ ਸੀਗਾ ਤਾਂ ਵੀ ਉਹ ਕਹਿੰਦੇ ਕੁਝ ਛੋਟੀਆਂ ਛੋਟੀਆਂ ਜਿਹੀਆਂ ਗੋਲੀਆਂ ਹੁੰਦੀਆਂ ਨੇਗੀਆਂ, ਬਸ ਉਹ ਜੀਭ ਤੇ ਧਰ ਲੈਣੀਆਂ, ਮੈਲਟ ਹੋ ਜਾਂਦੀਆਂ ਨੇਗੀਆਂ। ਵੀ ਕਈ ਵਾਰੀ ਨਾ ਆਪਣੇ ਹਾਰਮੋਨਲ ਇੰਬੈਲੈਂਸ ਹੋਣ ਕਰਕੇ ਵੀ ਕਈ ਚੀਜ਼ਾਂ ਤੇ ਸਾਨੂੰ ਜ਼ਿਆਦਾ ਗੁੱਸਾ ਆਉਂਦਾ ਵਾ, ਹੈ ਨਾ। ਪਰ ਤੁਹਾਡੀ ਗੱਲ ਸਹੀ ਹੈ ਕਿ ਜੇ ਹਰ ਬੰਦੇ ਨੂੰ 24 ਘੰਟੇ ਸਿਰਫ ਹੀ ਗੁੱਸਾ ਆ ਰਿਹਾ ਵਾ, ਹਰ ਇੱਕ ਤੇ ਹੀ ਗੁੱਸਾ ਆ ਰਿਹਾ ਵਾ, ਤਾਂ ਉਹ ਮੈਨੂੰ ਲੱਗਦਾ ਸੋਚਣ ਵਾਲੀ ਗੱਲ ਆ। ਇੱਕ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਮਾਵਾਂ ਆਪਦੀਆਂ ਕੁੜੀਆਂ ਨੂੰ ਡਰਾਉਂਦੀਆਂ ਰਹਿੰਦੀਆਂ ਨੇਗੀਆਂ, ਹੈ ਨਾ, ਮੈਨੂੰ ਲੱਗਦਾ ਕਿ ਉਹ ਕਮਿਊਨੀਕੇਸ਼ਨ ਗੈਪ ਆ। ਕਿਉਂਕਿ ਆਪਾਂ ਬੱਚਿਆਂ ਨੂੰ ਸਿਰਫ ਕਹਿ ਦਿੰਦੇ ਆ ਵੀ ਯੈਸ ਜਾਂ ਨੋ, ਹਾਂ ਵਾ ਜਾਂ ਨਾ ਵਾ, ਆਹ ਕੰਮ ਕਰ ਸਕਦੇ ਹੋ ਜਾਂ ਕੰਮ ਨਹੀਂ ਕਰ ਸਕਦੇ। ਜੇ ਕਰ ਸਕਦੇ ਹੋ ਤਾਂ ਕਿਉਂ ਕਰ ਸਕਦੇ ਹੋ, ਜੇ ਨਹੀਂ ਕਰ ਸਕਦੇ ਤਾਂ ਕਿਉਂ ਨਹੀਂ ਕਰ ਸਕਦੇ। ਇਹ ਚੀਜ਼ਾਂ ਆਪਾਂ ਉਹਨਾਂ ਨੂੰ ਐਕਸਪਲੇਨ ਨਹੀਂ ਕਰਦੇ ਹੈਗੇ, ਹੈ ਨਾ। ਤਾਂ ਨਿਆਣਿਆਂ ਨੂੰ ਇਹ ਲੱਗਦਾ ਹੁੰਦਾ ਕਿ ਆਪਣੀ ਜਨਰੇਸ਼ਨ ਹੋਰ ਸੀਗੀ ਭੈਣੇ, ਹੈ ਨਾ। ਆਪਾਂ ਨਾ ਉਹਨਾਂ ਜ਼ਿਆਦਾ ਇਹਨਾਂ ਦੇ ਮੁਕਾਬਲੇ ਆਪਾਂ ਬਹੁਤ ਜ਼ਿਆਦਾ ਸਮਾਰਟ ਨਹੀਂ ਸੀਗੇ, ਹੈ ਨਾ, ਕੌਨਫੀਡੈਂਟ ਨਹੀਂ ਸੀਗੇ ਆਪਾਂ। ਤੁਸੀਂ ਇਹ ਦੇਖ ਲਓ ਵੀ ਆਪਾਂ ਜਦੋਂ ਕਾਲਜ ਤੱਕ ਵੀ ਗਏ ਆ, ਉਦੋਂ ਤੱਕ ਵੀ ਆਪਾਂ ਨੂੰ ਨਹੀਂ ਪਤਾ ਸੀਗਾ ਕਿ ਕਿਹੜੇ ਸਬਜੈਕਟ ਲੈਣੇ। ਮੈਨੂੰ ਮੇਰੀ ਸਹੇਲੀ ਆਹ ਸਬਜੈਕਟ 'ਚ ਹੈਗੇ, ਮੈਨੂੰ ਸਾਥ ਆ ਤਾਂ ਮੈਂ ਲੈ ਲੈਣੀ। ਪਰ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਪਤਾ ਵੀ ਉਹਨਾਂ ਨੇ ਕੀ ਕਰਨਾ ਵਾ, ਹੈ ਨਾ। ਮੈਨੂੰ ਲੱਗਦਾ ਕਿ ਉਹ ਆਪਣੇ ਨਾਲੋਂ ਜ਼ਿਆਦਾ ਵਧੀਆ ਡਿਸੀਜਨ ਮੇਕਰ ਨੇ। ਅਤੇ ਜਦੋਂ ਉਹਨਾਂ ਦੀ ਲਾਈਫ ਦਾ ਕੋਈ ਡਿਸੀਜਨ ਲੈਂਦਾ, ਭਾਵੇਂ ਉਹਨਾਂ ਦੇ ਮਾਂ-ਬਾਪ ਹੀ ਨੇ, ਇਹ ਨਿਆਣਿਆਂ 'ਚ ਦਿੱਕਤ ਨਹੀਂ ਆ, ਜਨਰੇਸ਼ਨ ਬਦਲਦੀ ਹੋਈ ਹੁੰਦੀ ਆ, ਹੈ ਨਾ। ਅਤੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡੀ ਲਾਈਫ ਦਾ ਡਿਸੀਜਨ ਲੈ ਰਹੇ ਨੇਗੇ, ਹੈ ਨਾ, ਤਾਂ ਇੱਥੇ ਹੱਕ ਤਾਂ ਹੁੰਦਾ ਮਾਂ-ਬਾਪ ਦਾ। ਪਰ ਇਹ ਗੱਲ ਉਹਨਾਂ ਨਿਆਣਿਆਂ ਨੂੰ ਸਮਝਾਉਣੀ ਔਖੀ ਆ। ਇਹਦੇ ਬਦਲੇ ਆਪਾਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਬਦਲੀਏ। ਵੀ ਜੇ ਮੰਨ ਲਓ ਮੈਂ ਆਪਣੀ ਬੇਟੀ ਨੂੰ ਕਹਿ ਰਹੀ ਹਾਂ ਵੀ ਪੁੱਤ ਹੁਣ ਹਨੇਰਾ ਹੋ ਗਿਆ, ਹੁਣ ਨਹੀਂ ਬਾਹਰ ਜਾਣਾ ਹੈਗਾ, ਹੈ ਨਾ, ਹੁਣ ਨਹੀਂ ਬਾਹਰ ਜਾ ਸਕਦੇ ਹੈਗੇ ਤੁਸੀਂ, ਤੇ ਮੈਨੂੰ ਉਹਨੂੰ ਦੱਸਣਾ ਪਊਗਾ ਵੀ ਤੂੰ ਹੁਣ ਕਿਉਂ ਨਹੀਂ ਜਾ ਸਕਦੀ ਬਾਹਰ, ਹੈ ਨਾ। ਜਾਂ ਤੁਸੀਂ ਪੁੱਤ ਇਕੱਲੇ ਨਹੀਂ ਬਾਹਰ ਜਾ ਸਕਦੇ ਹੈਗੇ, ਜਾਂ ਤੁਸੀਂ ਫਲਾਣੀ ਜਗ੍ਹਾ 'ਤੇ ਜਾ ਰਹੇ ਹੋ ਤਾਂ ਤੁਸੀਂ ਆਹ ਕੱਪੜੇ ਨਹੀਂ ਪਾ ਸਕਦੇ ਹੈਗੇ। ਜੇ ਤੁਸੀਂ ਕਹੋਗੇ ਵੀ ਆਹ ਕੱਪੜੇ ਨਹੀਂ ਪਾ ਕੇ ਜਾਣੇ, ਬਦਲ ਕੇ ਚੱਲ, ਓਬਵੀਅਸਲੀ ਨਿਆਣੇ ਨੂੰ ਗੁੱਸਾ ਆਊਗਾ, ਠੀਕ ਹੈ। ਅਤੇ ਦੂਜੀ ਵਾਰ ਉਹ ਤੁਹਾਨੂੰ ਕੁਛ ਵੀ ਪੁੱਛਣ ਤੋਂ ਝਿਜਕੂਗਾ, ਕੁਛ ਵੀ ਤੁਹਾਡੇ ਨਾਲ ਸਾਂਝਾ ਕਰਨ ਤੋਂ ਝਿਜਕੂਗਾ। ਜੇ ਤੁਸੀਂ ਉਹਨਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਚੀਜ਼ਾਂ ਸਮਝਾਓਗੇ ਵੀ ਤੁਸੀਂ ਸਾਰੇ ਤਰ੍ਹਾਂ ਦੇ ਕੱਪੜੇ ਪਾ ਸਕਦੇ ਹੋ, ਪਰ ਕੱਪੜਾ ਮੌਕੇ ਦੇ ਅਨੁਸਾਰ ਹੀ ਵਧੀਆ ਲੱਗਦਾ ਹੁੰਦਾ। ਫਲਾਣੀ ਜਗ੍ਹਾ ਜਾ ਰਹੇ ਹੋ ਤਾਂ ਤੁਹਾਨੂੰ ਇੱਥੇ ਇਹ ਕੱਪੜੇ ਪਾ ਕੇ ਜਾਣੇ ਚਾਹੀਦੇ ਨੇ ਨਾ। ਆਪਣੇ ਸਿਰਫ ਹਾਂ ਜਾਂ ਨਾ ਦਾ ਫੈਸਲਾ ਹੀ ਸੁਣਾਉਂਦੇ ਨੇ ਨਿਆਣਿਆਂ ਨੂੰ। ਆਪਾਂ ਐਕਸਪਲੇਨ ਨਹੀਂ ਕਰਦੇ ਹੈਗੇ ਵੀ ਮੈਂ ਹਾਂ ਕਿਉਂ ਕਹੀ ਆ ਅਤੇ ਮੈਂ ਨਾ ਕਿਉਂ ਕਹੀ ਆ, ਹੈ ਨਾ। ਉੱਥੇ ਮੈਨੂੰ ਲੱਗਦਾ ਸਿਰਫ ਤਾਂ ਹੀ ਕੁੜੀਆਂ ਨੂੰ ਸਿਰਫ ਇਹ ਲੱਗਦਾ ਹੈ ਕਿ ਸਾਨੂੰ ਬਾਹਰ ਜ਼ਿਆਦਾ ਆਜ਼ਾਦੀ ਮਿਲੂਗੀ, ਕਿਉਂਕਿ ਉੱਥੇ ਤੁਸੀਂ ਆਪਦੇ ਮਨ ਦਾ ਕਰ ਸਕਦੇ ਹੋ। ਉੱਥੇ ਤੁਹਾਨੂੰ ਕਿਸੇ ਦੀ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਹੁੰਦੀ, ਤੁਹਾਨੂੰ ਕੋਈ ਉੱਥੇ ਰੋਕਣ ਟੋਕਣ ਵਾਲਾ ਨਹੀਂ ਹੁੰਦਾ। ਇਸੇ ਕਰਕੇ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਬੰਦਿਸ਼ ਵੀ ਨਿਆਣਿਆਂ ਨੂੰ ਖਰਾਬ ਕਰਦੀ ਆ। ਗਾਈਡੈਂਸ ਹੋਣੀ ਚਾਹੀਦੀ ਆ ਉਹਨਾਂ ਨੂੰ। ਇਹ ਨਾ ਲੱਗੇ ਕਿ ਆਪਦੇ ਘਰ ਦੇ ਵਿੱਚ ਉਹ ਆਪਦੀ ਮਰਜ਼ੀ ਨਾਲ ਜਿਉ ਨਹੀਂ ਸਕਦੇ, ਮਰਜ਼ੀ ਦਾ ਫੈਸਲਾ ਨਹੀਂ ਲੈ ਸਕਦੇ। ਆਪਾਂ ਕਿੰਨੇ ਕੁ ਫੈਸਲੇ ਨੇ ਜਿਹੜੇ ਆਪਣੀ ਮਰਜ਼ੀ ਨਾਲ ਹੁਣ ਤੱਕ ਵੀ ਲੈਂਦੇ ਆ। ਬਹੁਤ ਸਾਰੇ ਫੈਸਲੇ ਆਪਣੇ ਪ੍ਰਭਾਵਿਤ ਹੁੰਦੇ ਨੇ ਨਾ, ਪਰ ਆਪਾਂ ਉਹ ਸਮਝ ਜਾਂਦੇ ਆ ਵੀ ਇਹਨਾਂ ਨੇ ਮੈਨੂੰ ਕਿਉਂ ਕਹੀ ਆ ਇਹ ਗੱਲ, ਹੈ ਨਾ। ਅੱਜ ਤੱਕ ਵੀ ਮੇਰੇ ਭੈਣ ਭਰਾ ਮੇਰੀ ਹਰ ਗੱਲ ਦੇ ਵਿੱਚ ਦਖਲ ਦਿੰਦੇ ਨੇਗੇ, ਅਤੇ ਮੈਨੂੰ ਉਹ ਜ਼ਰੂਰੀ ਵੀ ਲੱਗਦਾ ਹੁੰਦਾ। ਜੇ ਕਿਤੇ ਉਹ ਮੇਰੀ ਗੱਲ ਦੇ ਵਿੱਚ ਰਿਐਕਟ ਨਾ ਕਰਨ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਇਹਨਾਂ ਲਈ ਇਹ ਚੀਜ਼ ਇੰਪੋਰਟੈਂਟ ਨਹੀਂ ਹੈਗੀ, ਮਤਲਬ
ਇਹ ਵੀ ਬਹੁਤ ਜ਼ਰੂਰੀ ਆ ਕਿ ਅਗਰ ਤੁਹਾਡੀ ਗੱਲ ਦੇ ਵਿੱਚ ਕੋਈ ਦਖਲ ਨਹੀਂ ਦੇ ਰਿਹਾ ਜਾਂ ਤੁਹਾਨੂੰ ਕੋਈ ਗਾਈਡ ਨਹੀਂ ਕਰ ਰਿਹਾ, ਤੁਹਾਨੂੰ ਕੋਈ ਸਮੇਂ-ਸਮੇਂ ਤੇ ਟੋਕ ਨਹੀਂ ਰਿਹਾ ਹੈਗਾ, ਤਾਂ ਇਹਦਾ ਮਤਲਬ ਨਾ ਤੁਸੀਂ ਤੇ ਨਾ ਤੁਹਾਡੀ ਜ਼ਿੰਦਗੀ ਉਸ ਪਰਸਨ ਦੇ ਲਈ ਇੰਪੋਰਟੈਂਟ ਨਹੀਂ ਹੈਗੀ, ਹੈ ਨਾ। ਪਰ ਇਹ ਇੰਨੀ ਵੀ ਨਹੀਂ ਹੋਣੀ ਚਾਹੀਦੀ ਵੀ ਨਿਆਣੇ ਨੂੰ ਆਪਣੀ ਜ਼ਿੰਦਗੀ ਆਪਣੀ ਲੱਗੇ ਹੀ ਨਾ। ਹਾਂ ਬਿਲਕੁਲ, ਹੈ ਨਾ, ਇਹ ਇੰਨੀ ਵੀ ਨਹੀਂ ਹੋਣੀ ਚਾਹੀਦੀ। ਹਾਂ, ਜੇ ਤੁਸੀਂ ਉਹਨਾਂ ਨੂੰ ਕੁਛ ਕਿਸੇ ਗੱਲ ਤੋਂ ਰੋਕਣਾ ਆ, ਟੋਕਣਾ ਆ, ਉਹਨੂੰ ਰੀਜ਼ਨ ਦੱਸੋ ਵੀ ਤੁਸੀਂ ਕਿਉਂ ਰੋਕ ਰਹੇ ਹੋ ਉਹਨਾਂ ਨੂੰ, ਹੈ ਨਾ। ਕਈ ਵਾਰੀ ਦੇਖੋ ਗੁਰਦੀਪ, ਤੁਸੀਂ ਜਿਵੇਂ ਤੁਸੀਂ ਕਿਹਾ ਨਾ ਵੀ ਨਿਆਣੇ ਨੂੰ ਅਸੀਂ ਕਾਰਨ ਨਹੀਂ ਦੱਸਦੇ, ਅਸੀਂ ਉਹਨੂੰ ਰੋਕਦੇ ਆ। ਜਿਹੜੇ ਮਾਪਿਓ ਇਦਾਂ ਦੀਆਂ ਚੀਜ਼ਾਂ ਕਰਦੇ ਆ ਨਾ ਕਿ ਉਹ ਸਿਰਫ ਉਹਨਾਂ ਨੂੰ ਲੱਗਦਾ ਹੁੰਦਾ ਕਿ ਹੁਣ ਪੇਰੈਂਟਸ ਹੋਣ ਦੇ ਨਾਤੇ ਅਸੀਂ ਕਰ ਸਕਦੇ ਆ, ਅਸੀਂ ਬੱਚੇ ਦੇ ਚਪੇੜ ਵੀ ਮਾਰ ਸਕਦੇ ਆ, ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਚਪੇੜ ਮਾਰਨ ਦੀ ਵੀ ਇੱਕ ਉਮਰ ਹੁੰਦੀ ਆ, ਹਨਾ। ਆਪਣੇ ਘਰਾਂ 'ਚ ਕਹਿੰਦੇ ਹੁੰਦੇ ਆ ਵੀ ਜਦੋਂ ਮਤਲਬ ਬੱਚੇ ਨੂੰ ਪਿਓ ਦੀ ਜੁੱਤੀ ਆਉਣ ਲੱਗ ਜਾਵੇ ਤਾਂ ਤੁਹਾਡੀ ਗੱਲਬਾਤ ਦਾ ਢੰਗ ਉਹਦੇ ਨਾਲ ਬਦਲ ਜਾਣਾ ਚਾਹੀਦਾ, ਹਨਾ। ਇਹ ਚੀਜ਼ ਕੁੜੀਆਂ ਲਈ ਵੀ ਹੋਣੀ ਚਾਹੀਦੀ ਆ। ਮਤਲਬ ਜੇ ਤੁਹਾਡੀ ਧੀ ਤੁਹਾਡੇ ਤੋਂ ਇੰਚ ਉੱਚੀ ਆ ਤੇ ਤੁਸੀਂ ਉਹਨੂੰ ਚਪੇੜ ਮਾਰਦੇ ਹੋ ਤਾਂ ਉਹ ਮੈਨੂੰ ਲੱਗਦਾ ਤੁਹਾਨੂੰ ਉਹ ਚੀਜ਼ ਕਰਨ ਤੋਂ ਪਹਿਲਾਂ 10 ਵਾਰ ਸੋਚਣਾ ਚਾਹੀਦਾ। ਹੁਣ ਛੋਟੇ ਨਿਆਣੇ ਨੇ, ਇਹ ਚੀਜ਼ ਬਹੁਤ ਲਾਜ਼ਮੀ ਆ ਕਿ ਜਿਨ੍ਹਾਂ ਨੇ ਅਕਲ ਨਾਲ ਵਾਲ ਸਫੇਦ ਹੋਏ ਨੇ ਤੁਸੀਂ ਉਹਨਾਂ ਦੀ ਹਰ ਚੀਜ਼ 'ਚ ਸਲਾਹ ਲਓ, ਕਿਉਂਕਿ ਕੋਈ ਮਾਪਿਓ ਨਹੀਂ ਦੁਨੀਆ ਦਾ ਹੁੰਦਾ ਜਿਹੜਾ ਆਪਦੇ ਨਿਆਣੇ ਨੂੰ ਗਲਤ ਗਾਈਡ ਕਰੂਗਾ। ਕੋਈ ਮਾਪਿਓ ਕਦੇ ਨਹੀਂ ਚਾਹੁੰਦਾ ਕਿ ਨਿਆਣੇ ਦਾ ਨੁਕਸਾਨ ਹੋਵੇ, ਪਰ ਕਈ ਵਾਰ ਤੁਹਾਡਾ ਗੱਲ ਸਮਝਾਉਣ ਦਾ ਢੰਗ ਨਹੀਂ ਤੁਹਾਨੂੰ ਪਤਾ ਹੁੰਦਾ, ਹਨਾ। ਤੁਸੀਂ ਲਿਆ ਕੇ ਘਰ 'ਚ ਬੰਦ ਕਰ ਦਿੰਦੇ ਹੋ, ਤੁਸੀਂ ਉਹਦਾ ਫੋਨ ਖੋਹ ਲੈਂਦੇ ਹੋ, ਫਿਰ ਤੁਸੀਂ ਉਹਦੇ ਨਾਲ ਇਦਾਂ ਦਾ ਬਿਹੇਵ ਕਰਨ ਲੱਗ ਜਾਂਦੇ ਹੋ ਕਿ ਤੂੰ ਉਹਨੂੰ ਨਹੀਂ ਮਿਲਣਾ, ਤੂੰ ਉਹਨੂੰ ਨਹੀਂ ਮਿਲਣਾ। ਤੇ ਉੱਥੇ ਤੁਸੀਂ ਨਿਆਣੇ ਫਿਰ ਕਿੱਦਾਂ ਰਿਐਕਟ ਕਰਦੇ ਨੇ ਤੁਸੀਂ ਅੱਜ ਹਰ ਤੀਜੇ ਦਿਨ ਕਿਤੇ ਨਾ ਕਿਤੇ ਪੜ੍ਹ ਲਓਗੇ, ਹਨਾ। ਤੇ ਕਈ ਵਾਰੀ ਨਿਆਣੇ ਇੰਨੇ ਵੱਡੇ ਫੈਸਲੇ ਨਹੀਂ ਕਰਦੇ ਕਿ ਕੁਝ ਇਦਾਂ ਦਾ ਸਟੈਪ ਲੈਣ, ਪਰ ਫਿਰ ਉਹ ਨਿਆਣੇ ਅੱਗੇ ਜਾ ਕੇ ਕਿਵੇਂ ਮਤਲਬ ਜ਼ਿੰਦਗੀ ਕੱਢਦੇ ਨੇ ਤੁਸੀਂ ਸ਼ਾਇਦ ਉਹ ਵੀ ਚੀਜ਼ ਨਹੀਂ ਸੋਚ ਸਕਦੇ, ਹਨਾ। ਫਿਰ ਉਹ ਜ਼ਰੂਰ ਕੋਈ ਨਾ ਕੋਈ ਵੀਕ ਕਾਰਨਰ ਲੱਭਣਗੇ ਜਿਹਦੇ 'ਤੇ ਉਹ ਆਪਣੀ ਸਾਰੀ ਚੀਜ਼ ਨੂੰ ਜਿਹੜੀ ਪਲਟ ਦੇਣ ਲਿਜਾ ਕੇ, ਹਨਾ, ਕਿ ਜੋ ਉਹਨਾਂ ਨੇ ਝੱਲਿਆ। ਜਦੋਂ ਤੱਕ ਤੁਸੀਂ ਨਾ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹਦੇ ਤੇ ਗੁੱਸਾ ਕੀਤਾ ਜਾ ਸਕਦਾ। ਹੁਣ ਘਰ 'ਚ ਵੱਡੇ ਹੁੰਦੇ ਨੇ, ਤੁਹਾਨੂੰ 100 ਗੱਲਾਂ ਕਹਿੰਦੇ ਨੇ ਕਿ ਤੁਸੀਂ ਜਦ ਹੀ ਲੜ ਪੈਂਦੇ ਹੋ ਜਾ ਕੇ, ਨਹੀਂ ਨਾ ਲੜਦੇ, ਕਿਉਂਕਿ ਤੈਨੂੰ ਪਤਾ ਹੁੰਦਾ ਵੀ ਕਿਤੇ ਬੋਲਿਆ ਨਹੀਂ ਜਾ ਸਕਦਾ, ਹਨਾ। ਤੇ ਉਹ ਚੀਜ਼ ਤੁਸੀਂ ਆਪਣੇ ਨਿਆਣਿਆਂ ਨਾਲ ਵੀ ਕਰ ਲਓ। ਕਈ ਵਾਰੀ ਕਿਸੇ ਦੀ ਇੰਨੀ ਵੱਡੀ ਉਲਝਣ ਨੂੰ ਤੁਸੀਂ ਸਿਰਫ 2 ਸ਼ਬਦਾਂ 'ਚ ਸੁਲਝਾ ਲੈਂਦੇ ਹੋ ਕਿ ਤੂੰ ਠੀਕ ਆ ਜਾਂ ਤੈਨੂੰ ਮੇਰੇ ਨਾਲ ਗੱਲ ਕਰਨ ਦੀ ਲੋੜ ਆ। ਤੁਹਾਡੇ ਨਿਆਣੇ ਜਿਹੜੇ ਘਰੋਂ ਬਾਹਰ ਨਿਕਲਦੇ ਪਏ ਨੇ ਬਹੁਤ ਛੋਟੀ ਉਮਰ ਦੇ ਨੇ, ਜਿਹੜੇ ਹਰ ਸਮੱਸਿਆ ਨੂੰ ਆਪਣੇ ਢੰਗ ਨਾਲ ਵੇਖ ਕੇ ਆਉਂਦੇ ਨੇ ਤੇ ਫਿਰ ਉਹ 'ਚ ਉਲਝਦੇ ਰਹਿੰਦੇ ਨੇ, ਹਨਾ। ਜੇ ਮਾਂ ਪਿਓ ਹੋਣ ਦੇ ਨਾਤੇ ਅਸੀਂ ਸਮਝਾ ਦਾਂਗੇ, ਕਈ ਵਾਰ ਜਨਾਨੀਆਂ ਬੰਦਿਆਂ ਦੇ ਗੁੱਸੇ ਤੋਂ ਡਰਦੀਆਂ ਜਵਾਕਾਂ ਤੇ ਮਤਲਬ ਕੋਈ ਗੁੱਸਾ ਕੱਢੀ ਜਾਂਦੇ ਨੇ ਨਾ, ਤੇ ਨਿਆਣੇ ਵਿਚਾਰੇ ਫਿਰ ਕਿਸੇ ਹੋਰ ਤੇ ਜਾ ਕੇ ਕੱਢ ਦਿੰਦੇ ਨੇ। ਬਹੁਤ ਸਾਰੀਆਂ ਚੀਜ਼ਾਂ 'ਚ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਿੱਦਾਂ ਵਰਤਾਅ ਕਰਨਾ ਹੈ ਨਾ। ਤੇ ਅਸੀਂ ਜੋ ਸਾਡੇ ਮਨ 'ਚ ਆਉਂਦਾ, ਅਸੀਂ ਕਈ ਵਾਰੀ ਛੋਟੀ ਜਿਹੀ ਗੱਲ ਤੇ ਕਿਸੇ ਨੂੰ ਇੰਨਾ ਸੁਣਾਇਆ ਆਉਂਦੇ ਆ, ਸਾਨੂੰ ਪਤਾ ਹੀ ਨਹੀਂ ਲੱਗਦਾ। ਮੈਨੂੰ ਲੱਗਦਾ ਕਿ ਜ਼ਿੰਦਗੀ 'ਚ ਨਾ ਇੱਕ ਥੋੜਾ ਜਿਹਾ ਫੋਨ ਹਰ ਬੰਦੇ ਨੂੰ ਮੰਨਫੀ ਕਰ ਦੇਣਾ ਚਾਹੀਦਾ। ਇੱਕ ਜਿਵੇਂ ਆਪਾਂ ਸੋਚਦੇ ਹਾਂ ਕਿ ਰੋਟੀ ਖਾਣੀ ਮੇਰੇ ਲਈ ਲਾਜ਼ਮੀ ਹੈ ਨਾ, ਤਾਂ ਘੰਟਾ ਅੱਧਾ ਘੰਟਾ ਤੁਹਾਡਾ ਇਕੱਲੇ ਬੈਠਣਾ, ਆਪਣੇ ਆਪ ਨਾਲ ਬੈਠਣਾ ਵੀ ਲਾਜ਼ਮੀ ਹੋਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਜਿਵੇਂ ਛੋਟੀਆਂ ਪ੍ਰੈਕਟਿਸ ਹੀ ਨੇ ਭੈਣੇ ਇੱਕ ਤਰ੍ਹਾਂ ਦੀਆਂ, ਹਨਾ। ਤੁਸੀਂ ਨਾ ਮੰਨ ਲਓ ਹੁਣ ਤੁਹਾਡੀ ਰੂਟੀਨ ਇੱਕ ਆ ਵੀ ਸਵੇਰੇ ਤੁਸੀਂ ਇੰਨੇ ਵਜੇ ਉੱਠੇ, ਤੁਸੀਂ ਘਰ ਦਾ ਕੋਈ ਕੰਮ ਕੀਤਾ, ਤਿਆਰ ਹੋਏ, ਨਿਆਣਿਆਂ ਨੂੰ ਤੁਸੀਂ ਨਵਾਇਆ ਧਮਾਇਆ, ਤੁਸੀਂ ਤਿਆਰ ਹੋ ਕੇ ਕੰਮ ਤੇ ਆ ਗਏ, ਇੱਥੋਂ ਗਏ ਤੁਸੀਂ, ਫਿਰ ਉਹੀ ਜਾ ਕੇ ਜੇ ਤੁਸੀਂ ਕਦੇ ਵੀ 7 ਦਿਨਾਂ 'ਚ ਇੱਕ ਦਿਨ ਵੀ ਤੁਸੀਂ ਕਿਤੇ ਐਂ ਕਹਿੰਦੇ ਨਾ ਯਾਰ ਘਰੇ ਜਾਣ ਤੋਂ ਪਹਿਲਾਂ ਮੈਂ ਆਫਿਸ ਤੋਂ ਬਾਅਦ ਨਾ ਗੁਰਦੁਆਰਾ ਸਾਹਿਬ ਮੱਥਾ ਟੇਕ ਆਵਾਂ, ਤੁਹਾਨੂੰ ਉਹੀ ਚੀਜ਼ ਬਹੁਤ ਜ਼ਿਆਦਾ ਸਕੂਨ ਦਿੰਦੀ ਹੈ। ਕਿਉਂਕਿ ਤੁਸੀਂ ਉਹਦੀ ਰੂਟੀਨ ਬ੍ਰੇਕ ਕਰ ਲੈਂਦੇ ਹੋ ਨਾ। ਜੇ ਤੁਹਾਨੂੰ ਲੱਗਦਾ ਕਿ ਹੁਣ ਮੈਂ ਤੋਂ ਆਪਦੇ ਗੁੱਸੇ ਤੇ ਕਾਬੂ ਨਹੀਂ ਆ ਰਿਹਾ, ਛੇਤੀ ਕਿਸੇ ਨਾਲ ਗੱਲ ਕਰ ਲਓ ਉਸ ਚੀਜ਼ ਬਾਰੇ, ਤੇ ਜਿਹੜੇ ਪਰਸਨ ਤੇ ਤੁਹਾਨੂੰ ਆ ਰਿਹਾ ਤੁਸੀਂ ਉਹਦੇ ਨਾਲ ਗੱਲ ਕਰ ਲਓ। ਕਈ ਵਾਰੀ ਇਹ ਵੀ ਕਈ ਤਾਂ ਮੇਰੇ ਅੱਗੇ ਗੁੱਸਾ ਕੱਢ ਦਿੰਦੇ, ਕਈ ਕੱਢਦੇ ਵੀ ਨਹੀਂ ਹੈਗੇ, ਹਨਾ। ਤੇ ਸਾਹਮਣੇ ਵਾਲੇ ਨੂੰ ਪਤਾ ਵੀ ਨਹੀਂ ਹੁੰਦਾ ਵੀ ਇਹਨੂੰ ਗੁੱਸਾ ਮੇਰੇ ਤੇ। ਹਾਂ, ਅਸੀਂ ਚਾਹੇ ਮੰਨੀਏ ਚਾਹੇ ਨਾ ਮੰਨੀਏ ਗੁਰਦੀਪ, ਕੰਮਕਾਜੀ ਕੁੜੀਆਂ ਅੰਦਰ ਬਹੁਤ ਸੁਭਾਅ ਦੀ ਤਬਦੀਲੀ ਆਈ ਆ। ਕਈ ਵਾਰੀ ਨਾ ਸਾਡਾ ਸਰੀਰ ਉਹਨੇ ਕੰਮ ਲਈ ਸਾਥ ਦਿੰਦਾ ਹੁੰਦਾ, ਨਾ ਸਾਡਾ ਮਨ, ਤੇ ਅਸੀਂ ਝੱਲੀ ਜਾਂਦੇ ਹਾਂ। ਪਰ ਉਹ ਗੁੱਸਾ ਅਸੀਂ ਕੱਢਦੇ ਹਾਂ। ਆਪਾਂ ਕਹਿੰਦੇ ਨਾ ਕਈਆਂ ਦੀਆਂ 2 ਪਰਸਨੈਲਿਟੀਜ਼ ਹੁੰਦੀਆਂ ਨੇ, ਉਹ ਇਹੀ ਚੀਜ਼ ਆ ਕਿ ਇੱਕ ਥਾਵੇਂ ਕੱਢਣ ਦਾ ਬਿਲਕੁਲ ਹੀ ਨਹੀਂ ਮੌਕਾ ਮਿਲ ਰਿਹਾ, ਫਿਰ ਜਿੱਥੇ ਸਾਨੂੰ ਮਿਲਦਾ ਫਿਰ ਉੱਥੇ ਅਸੀਂ ਐ ਫਟ ਜਾਂਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਮੇਰਾ ਰਿਐਕਸ਼ਨ ਕੀ ਹੋਣਾ। ਕਿਉਂਕਿ ਉਹਦਾ ਰੀਜ਼ਨ ਇਹ ਹੈ ਵੀ ਅਸੀਂ ਆਪਣੇ ਕਾਉਂਸਲਰ ਆਪ ਨਹੀਂ ਹੈਗੇ। ਅਸੀਂ ਆਪਣੀ, ਜਿਵੇਂ ਤੁਸੀਂ ਕਿਹਾ ਕਿ ਆਪਦੇ ਲਈ ਅੱਧਾ ਘੰਟਾ ਤੁਸੀਂ ਜ਼ਰੂਰ ਕੱਢੋ, ਜਿਹਦੇ ਵਿੱਚ ਤੁਸੀਂ ਭਾਵੇਂ ਇਕੱਲੇ ਬੈਠੇ ਹੋ, ਕੋਈ ਕਿਤਾਬ ਪੜ੍ਹ ਰਹੇ ਹੋ, ਜਾਂ ਤੁਸੀਂ ਕੁਛ ਆਪਣਾ ਮਨਪਸੰਦ ਦੇਖ ਰਹੇ ਹੋ, ਜਾਂ ਤੁਸੀਂ ਆਪਦੇ ਘਰੇ ਲੱਗੇ 4 ਬੂਟਿਆਂ ਨੂੰ ਪਾਣੀ ਪਾ ਰਹੇ ਹੋ, ਜਾਂ ਤੁਸੀਂ ਆਪਦੀ ਰਸੋਈ ਦੇ ਵਿੱਚ ਕੁਛ ਆਪਦੇ ਲਈ ਕੁਛ ਕਰ ਰਹੇ ਹੋ ਨਾ। ਮੈਨੂੰ ਲੱਗਦਾ ਹੁੰਦਾ ਕਿ ਸੈਲਫ ਆਬਜ਼ਰਵੇਸ਼ਨ ਵੀ ਬਹੁਤ ਜ਼ਿਆਦਾ ਜ਼ਰੂਰੀ ਆ, ਤੇ ਸੈਲਫ ਕਾਉਂਸਲਿੰਗ ਵੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ। ਇੱਕ ਤੇ ਪਹਿਲਾਂ ਇਸ ਚੀਜ਼ ਨੂੰ ਮੰਨੋ ਕਿ ਮੈਨੂੰ ਗੁੱਸਾ ਆਉਂਦਾ ਹੈ ਨਾ, ਤੇ ਦੂਸਰਾ ਮੈਂ ਕਹਿੰਦੀ ਹਾਂ ਹਰ ਬੰਦੇ ਕੋਲੇ ਇੰਨੀ ਕੈਪੈਸਿਟੀ ਹੁੰਦੀ ਆ ਕਿ ਉਹ ਆਪਦੇ ਆਪ ਨੂੰ ਖੁਦ ਕਾਉਂਸਲ
ਕਰ ਸਕੇ ਹਨਾ, ਕਿ ਜੇ ਮੈਨੂੰ ਗੁੱਸਾ ਆ ਰਿਹਾ ਤੇ ਯਾਰ ਠੀਕ ਆ, ਵੱਧ ਤੋਂ ਵੱਧ ਕੀ ਹੋ ਜਾਊਗਾ ਇਸ ਚੀਜ਼ ਦੇ ਨਾਲ, ਜੇ ਚੀਜ਼ਾਂ ਜਿਹੜੀਆਂ ਚੀਜ਼ਾਂ ਤੇ ਮੈਨੂੰ ਗੁੱਸਾ ਆ ਰਿਹਾ ਵਾ ਹਨਾ, ਰਿਜ਼ਲਟ ਦੇਖੋ ਵੀ ਉਹ ਚੀਜ਼ਾਂ ਕਿੰਨਾ ਕੁ ਖਰਾਬ ਕਰ ਰਹੀਆਂ ਨੇਗੀਆਂ। ਹਾਂ ਜੇ ਤਾਂ ਬਹੁਤ ਜ਼ਿਆਦਾ ਕੁਝ ਤੁਹਾਡਾ ਨੁਕਸਾਨ ਹੋ ਰਿਹਾ ਮਾਨਸਿਕ ਸਰੀਰਕ ਤੌਰ ਤੇ ਨਾ, ਫਿਰ ਮੈਨੂੰ ਲੱਗਦਾ ਉਹਨੂੰ ਹੈਂਡਲ ਕਰਨ ਦੇ ਤਰੀਕੇ ਹੋਰ ਹੋਣੇ ਚਾਹੀਦੇ ਨੇ। ਪਰ ਜੇ ਉਹ ਮੂਮੈਂਟ ਆਫ ਰਿਐਕਸ਼ਨ ਆ, ਰਿਐਕਸ਼ਨ ਆਫ ਮੂਮੈਂਟ ਆ, ਤਾਂ ਮੈਨੂੰ ਲੱਗਦਾ ਕਿ ਉਸ ਚੀਜ਼ ਨੂੰ ਫਿਰ ਉੱਥੇ ਹੀ ਛੱਡ ਦਿਓ ਤੁਸੀਂ ਹਨਾ। ਜਾਂ ਆਪਾਂ ਕਈ ਵਾਰੀ ਹੁੰਦਾ ਕਿ ਇੱਕੋ ਹੀ ਗੱਲ ਤੇ ਆਪਾਂ ਬਾਰ-ਬਾਰ ਗੁੱਸਾ ਕਰਦੇ ਰਹਿੰਦੇ, ਤੇ ਮੈਨੂੰ ਲੱਗਦਾ ਉਹ ਵੀ ਸਾਨੂੰ ਛੱਡ ਦੇਣੀ ਚਾਹੀਦੀ ਆ ਕਿ ਜੇ ਬਾਰ-ਬਾਰ ਗੁੱਸਾ ਕਰਨ ਤੇ ਵੀ ਚੀਜ਼ਾਂ ਸਹੀ ਨਹੀਂ ਹੋ ਰਹੀਆਂ ਹੈਗੀਆਂ, ਤਾਂ ਫਿਰ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚੋਂ ਤੁਸੀਂ ਐਬਸੈਂਟ ਕਰ ਦਿਓ ਹਨਾ। ਮੈਨੂੰ ਲੱਗਦਾ ਛੋਟੀਆਂ-ਛੋਟੀਆਂ ਪ੍ਰੈਕਟਿਸ ਹੋਣੀਆਂ ਚਾਹੀਦੀਆਂ ਨੇ, ਜਿਵੇਂ ਤੁਸੀਂ ਕਿ ਅੱਧਾ ਘੰਟਾ ਆਪਣੇ ਲਈ ਟਾਈਮ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ, ਜਿਹਨੂੰ ਆਪਾਂ ਕਈ ਵਾਰੀ ਮੀ ਟਾਈਮ ਵੀ ਕਹਿ ਦਿੰਦੇ ਆ। ਡੇਲੀ ਰੂਟੀਨ, ਖਾਸ ਕਰਕੇ ਜਿਹੜੀਆਂ ਕੁੜੀਆਂ ਜਿਹੜੀਆਂ ਕੰਮ ਕਰਦੀਆਂ, ਉਹ ਵੀ ਨਹੀਂ ਭੈਣੇ, ਜਿਹੜੀਆਂ ਘਰੇ ਵੀ ਰਹਿੰਦੀਆਂ ਨੇ ਨਾ ਕੁੜੀਆਂ, ਉਹ ਵੀ ਅੱਕ ਜਾਂਦੀਆਂ ਨੇ। ਆਪਾਂ ਕਈ ਵਾਰੀ ਜ਼ਿਆਦਾ ਪ੍ਰਿਵਿਲੇਜ ਲੈਂਦੇ ਆ ਵੀ ਅਸੀਂ ਸਟ੍ਰੈਸਡ ਹੁੰਨੇ ਆ ਕਿਉਂਕਿ ਅਸੀਂ ਵਰਕਿੰਗ ਆ, ਸਾਨੂੰ ਟਾਈਮ ਨਹੀਂ ਮਿਲਦਾ। ਆਪਾਂ ਤਾਂ ਇਹ ਕਹਿ ਸਕਦੇ ਵੀ ਸਾਨੂੰ ਟਾਈਮ ਨਹੀਂ ਮਿਲਦਾ, ਘਰੇ ਬੈਠਾ ਬੰਦਾ ਤਾਂ ਇਹ ਵੀ ਨਹੀਂ ਕਹਿ ਸਕਦਾ ਮੈਨੂੰ ਟਾਈਮ ਮਿਲਦਾ, ਅਗਲਾ ਕਹਿੰਦਾ ਲੈ ਸਾਰਾ ਦਿਨ ਤਾਂ ਘਰੇ ਬੈਠੀ ਆ ਤੂੰ ਹਨਾ। ਮੈਨੂੰ ਲੱਗਦਾ ਕਿ ਇਹਨੂੰ ਐ ਨਹੀਂ ਦੇਖਣਾ ਚਾਹੀਦਾ ਵੀ ਇਹ ਕੰਮ ਕਰਦੀ ਆ ਤਾਂ, ਜਾਂ ਇਹ ਘਰੇ ਰਹਿੰਦੀ ਆ ਤਾਂ। ਮੈਨੂੰ ਲੱਗਦਾ ਕਿ ਇਨਸਾਨ ਆ ਤਾਂ ਗੁੱਸਾ ਤਾਂ ਕਿਸੇ ਨੂੰ ਵੀ ਆ ਸਕਦਾ, ਚਾਹੇ ਉਹ ਕੰਮ ਕਰਦਾ ਚਾਹੇ ਉਹ ਨਹੀਂ ਵੀ ਕੰਮ ਕਰਦਾ ਹਨਾ। ਪਰ ਇਹ ਆ ਵੀ ਸਾਨੂੰ ਆਪਣੇ ਆਪ ਨੂੰ ਤਰੀਕਾ ਪਤਾ ਹੋਣਾ ਚਾਹੀਦਾ ਕਿ ਮੈਂ ਇਸ ਚੀਜ਼ ਤੋਂ ਬਾਹਰ ਕਦੋਂ ਤੇ ਕਿਵੇਂ ਨਿਕਲਣਾ ਆ। ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਗੁਰਦੀਪ ਪੈਦਾ ਹੋਈਆਂ ਨੇ, ਆਪਾਂ ਉਹਨਾਂ ਤੇ ਗੱਲਾਂ ਕਰ ਲੈਂਦੇ ਆ, ਪਰ ਆਪਾਂ ਨੂੰ ਉਹਨਾਂ ਦੇ ਸੋਲੂਸ਼ਨ ਸੱਚੀ ਨਹੀਂ ਪਤਾ। ਕਿਸੇ ਨੂੰ ਆਪਾਂ ਮਿਲੇ ਸੀਗੇ ਕੁਝ ਕੁ ਦਿਨ ਪਹਿਲਾਂ, ਉਹ ਕਹਿੰਦੇ ਕਿ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਘਰ 'ਚ ਸਾਰਿਆਂ ਦਾ ਰਿਸ਼ਤਾ ਆਪਸ ਵਿੱਚ ਵਧੀਆ ਹੋਵੇ, ਤੁਹਾਡੇ ਮਾਪਿਓ ਨਾਲ ਤੁਹਾਡਾ ਤੇ ਪਤੀ ਪਤਨੀ ਦਾ ਰਿਸ਼ਤਾ ਦੋਵਾਂ ਦਾ ਵਧੀਆ ਹੋਵੇ, ਉਹ ਕਹਿੰਦੇ ਹਰ ਬੰਦੇ ਨੂੰ ਨਾ ਦਿਨ 'ਚ 1 ਘੰਟਾ ਦਿਓ ਕਿ ਜਾ ਤੂੰ ਜਿੱਥੇ ਤੇਰਾ ਜੀ ਕਰਦਾ, ਜਿਹਦੇ ਨਾਲ ਤੇਰਾ ਮਨ ਕਰਦਾ ਤੂੰ ਬੈਠ ਕੇ ਆ। ਜੇ ਤੇਰਾ ਕਿਸੇ ਨਾਲ ਗੱਲਬਾਤ ਕਰਨ ਨੂੰ ਵੀ ਨਹੀਂ ਦਿਲ ਕਰਦਾ, ਜਾਂ ਤੂੰ ਇਕੱਲਾ ਜਾ ਕੇ ਸੈਰ ਕਰਕੇ। ਕਹਿੰਦੇ ਉਹ ਤੁਹਾਡੇ ਮਾਪਿਓ ਵੀ ਹੋਣੇ ਚਾਹੀਦੇ ਨੇ, ਉਹਨਾਂ ਨੂੰ ਵੀ ਤੁਸੀਂ ਭੇਜੋ ਵੀ ਇਸ 1 ਘੰਟੇ 'ਚ ਤੁਹਾਨੂੰ ਕੋਈ ਨਹੀਂ ਡਿਸਟਰਬ ਕਰੂਗਾ। ਉਹ ਕਹਿੰਦੇ ਘਰ ਦੀ ਫੀਮੇਲ ਨਾਲ ਵੀ ਤੁਸੀਂ ਇਹ ਚੀਜ਼ ਕਰੋ, ਤੇ ਆਪ ਵੀ ਤੁਹਾਡੀ ਜ਼ਿੰਦਗੀ 'ਚ 1 ਘੰਟਾ ਦਿਨ ਦਾ ਜ਼ਰੂਰ ਹੋਣਾ ਚਾਹੀਦਾ। ਚਲੋ ਬਹੁਤ ਜ਼ਿਆਦਾ ਅਸੀਂ ਬਿਜ਼ੀ ਹੋ ਗਏ, 1 ਘੰਟਾ ਦਿਨ ਦਾ ਨਹੀਂ ਤਾਂ ਕਮ ਸੇ ਕਮ ਤੁਸੀਂ ਹਫ਼ਤੇ 'ਚ ਤਾਂ 1 ਘੰਟਾ ਕੱਢ ਲਓ। ਕਹਿੰਦੇ ਫਿਰ ਬੰਦਾ ਨਾ ਤੁਹਾਨੂੰ ਨਵਾਂ ਹੋ ਕੇ ਮਿਲੂਗਾ, ਬਾਹਰੋਂ ਆਊਗਾ ਨਵਾਂ ਹੋ ਕੇ ਤੁਹਾਡੇ ਤੱਕ ਪਹੁੰਚਦਾ। ਹੁਣ ਆਪਾਂ ਕਿੰਨੇ ਚਿਰ ਬਾਅਦ ਆਪਾਂ ਸਾਰੀ ਟੀਮ ਗਏ ਸੀਗੇ ਹਨਾ ਘੁੰਮਣ ਲਈ, 1 ਦਿਨ ਲਈ ਉਹ ਗਏ ਸੀ। ਮੈਨੂੰ ਲੱਗਦਾ ਹੁਣ ਤੱਕ ਆਪਾਂ ਉਹ ਦਿਨ ਨਹੀਂ ਭੁੱਲੇ ਹੈਗੇ ਹਨਾ। ਤੇ ਜੇ ਤੁਸੀਂ ਕਿਸੇ ਸਮੱਸਿਆ ਨਾਲ ਜੂਝ ਰਹੇ ਹੋ, ਖਾਸ ਕਰਕੇ ਇਹੋ ਜਿਹੀ ਨਾਲ, ਮੈਨੂੰ ਲੱਗਦਾ ਉਹ ਕਿਸੇ ਤੇ ਉਲਟਣ ਨਾਲੋਂ ਨਾ ਤੁਸੀਂ ਇਹੋ ਜਿਹਾ ਕੁਛ ਆਪਦੇ ਨਾਲ ਕਰੋ। ਸਭ ਤੋਂ ਪਹਿਲਾਂ ਆਪਣੀ, ਜਿਵੇਂ ਤੁਸੀਂ ਕਿਹਾ, ਕਾਉਂਸਲਿੰਗ ਕਰੋ। ਪਹਿਲਾਂ ਮੰਨੋ ਕਿ ਮੈਂ ਇਹ ਚੀਜ਼ 'ਚ ਹੈਗਾ। ਕਈ ਵਾਰੀ ਅਸੀਂ ਸਾਹਮਣੇ ਵਾਲਾ ਸਾਨੂੰ ਮਨਾ ਰਿਹਾ ਹੁੰਦਾ, ਅਸੀਂ ਉਹਦੇ ਤੇ ਹੋਰ ਗੁੱਸਾ ਕਰ ਰਹੇ ਹੁੰਦੇ ਹਾਂ ਕਿ ਨਹੀਂ ਮਤਲਬ ਨਾ ਤੂੰ ਗਲਤ ਕਹਿ ਰਿਹਾ। ਮਤਲਬ ਉੱਥੇ ਵੀ ਸਾਡੀ ਈਗੋ ਹੁੰਦੀ ਆ ਵੀ ਮੈਂ ਤੈਨੂੰ ਮਨਵਾ ਛੱਡਾਂ ਕਿ ਇੱਥੇ ਮੈਂ ਗਲਤ ਨਹੀਂ। ਕਈ ਵਾਰੀ ਦੂਜੇ ਦੀ ਸਿਚੁਏਸ਼ਨ ਤੇ ਵੀ ਆਪਣੇ ਆਪ ਨੂੰ ਰੱਖ ਕੇ ਸੋਚਣਾ ਚਾਹੀਦਾ। ਹੋ ਸਕਦਾ ਫਿਰ ਅਸੀਂ ਜੋ ਗੱਲਾਂ ਕਹਿ ਦਿੰਦੇ ਹਾਂ ਉਹ ਸਾਨੂੰ ਕਹਿਣ ਦਾ ਮਨ ਹੀ ਨਾ ਹੋਵੇ। ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਸੋ ਤੁਸੀਂ ਵੀ ਇਸ ਐਪੀਸੋਡ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹੋ ਕਿ ਜੇ ਤੁਹਾਨੂੰ ਗੁੱਸਾ ਆਉਂਦਾ ਸੀ ਤਾਂ ਤੁਸੀਂ ਉਹਦੇ ਤੇ ਕਿਵੇਂ ਕਾਬੂ ਪਾਇਆ, ਜਾਂ ਫਿਰ ਗੁੱਸੇ ਦੇ ਕਿਹੜੇ-ਕਿਹੜੇ ਨੁਕਸਾਨ ਨੇ। ਜਿਵੇਂ ਰੁਪਿੰਦਰ ਭੈਣ ਨੇ ਕਿਹਾ ਸੀਗਾ ਕਿ ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਕਿ ਪ੍ਰੋਬਲਮ ਸਾਰਿਆਂ ਨੂੰ ਪਤਾ ਹੁੰਦੀ ਆ, 100% ਲੋਕਾਂ ਨੂੰ ਪਤਾ ਹੁੰਦੀ ਹੈ ਵੀ ਪ੍ਰੋਬਲਮ ਹੈ ਕੀ ਆ, ਪਰ ਉਹਦਾ ਹੱਲ ਕੀ ਹੈ ਕਹਿੰਦੇ 30% ਲੋਕਾਂ ਨੂੰ ਵੀ ਨਹੀਂ ਪਤਾ ਹੁੰਦਾ। ਸੋ ਹੱਲ ਜ਼ਰੂਰ ਲਿਖਿਓ ਕਿ ਤੁਸੀਂ ਕੀ ਕਰ ਸਕਦੇ ਹੋ, ਜਾਂ ਆਪਣੀ ਸੁਭਾਅ ਦੇ ਵਿੱਚੋਂ ਗੁੱਸਾ ਘਟਾਉਣ ਦੇ ਲਈ। ਹਾਂ ਕਿਤੇ ਜੈਨੂਅਨ ਕੁਛ ਹੋ ਗਿਆ, ਤੁਹਾਨੂੰ ਜੈਨੂਅਨਲੀ ਗੁੱਸਾ ਆ ਗਿਆ, ਤੁਸੀਂ ਰਿਐਕਟ ਕਰਤਾ, ਉਹ ਅਲੱਗ ਚੀਜ਼ ਆ ਵੀ ਤੁਹਾਡਾ ਲੰਬਾ ਨਹੀਂ ਚੱਲਿਆ, ਉਹ ਕੁਛ ਮੂਮੈਂਟ ਲਈ ਸੀਗਾ ਤੇ ਉਹ ਖਤਮ ਹੋ ਗਿਆ। ਪਰ ਇਸ ਤੋਂ ਇਲਾਵਾ ਜੇ ਕਿਸੇ ਦਾ ਇਹ ਸੁਭਾਅ ਹੈਗਾ ਕਿ ਉਹਨੂੰ ਸਿਰਫ ਹੀ ਗੁੱਸਾ ਆਉਂਦਾ ਤੇ ਹਰ ਗੱਲ 'ਤੇ ਗੁੱਸਾ ਆਉਂਦਾ, ਤਾਂ ਉਹਨੂੰ ਕੀ ਕਰਨਾ ਚਾਹੀਦਾ। ਇਸੇ ਗੱਲਾਂ ਬਾਤਾਂ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ, ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।